ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਹਾਜ਼ਰਾ ਹਜ਼ੂਰ ਸਾਹਿਬ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਨਿੱਘੀ ਗੋਦ ਵਿੱਚ ਬੜੀ ਹੀ ਭਾਵਨਾ ਸਹਿਤ ਸ਼ਾਮ ਦੇ ਦੀਵਾਨਾਂ ਵਿੱਚ ਆਪ ਜੀ ਇਕੱਤਰ ਹੋਏ ਹੋ। ਸ਼ੁਭ ਅਵਸਰ ਪ੍ਰਾਪਤ ਹੋਇਆ ਸਤਸੰਗ ਦਾ। ਕੱਲ ਸ਼ਾਮ ਦੇ ਦੀਵਾਨਾਂ ਦੇ ਵਿੱਚ ਸਤਿਗੁਰਾਂ ਦੇ ਪਾਵਨ ਜੀਵਨ ਦੇ ਵਿੱਚੋਂ ਵੈਰਾਗਮਈ ਪ੍ਰਸੰਗਾਂ ਨੂੰ ਆਪ ਜੀਆਂ ਨੇ ਸਰਵਣ ਕੀਤਾ। ਜਿਉਂ ਹੀ ਸਤਿਗੁਰ ਜੀ ਆਗਰੇ ਦੇ ਬਾਗ ਵਿੱਚ ਬੈਠੇ ਨੇ, ਅੱਜ ਆਜੜੀ ਨੂੰ ਗ੍ਰਿਫਤਾਰ ਕੀਤਾ। ਦੋ ਸਿਪਾਹੀ ਨਾਲ ਲੈ ਕੇ ਸਤਿਗੁਰਾਂ ਦੇ ਪਾਸ ਆਏ। ਗੁਰੂ ਸਾਹਿਬ ਦਾ ਭੇਦ ਲੈ ਕੇ ਇੱਕ ਸਿਪਾਹੀ ਆਜੜੀ ਨੂੰ ਲੈ ਕੇ ਸਤਿਗੁਰਾਂ ਦੇ ਕੋਲੇ ਹੈ, ਦੂਜਾ ਸਿਪਾਹੀ ਕੋਤਵਾਲ ਕੋਲ ਆਇਆ। ਜਦੋਂ ਸਤਿਗੁਰਾਂ ਦੇ ਬਾਰੇ ਪਤਾ ਲੱਗਿਆ, ਕੋਤਵਾਲ ਚੱਲ ਕੇ ਸੂਬੇਦਾਰ ਕੋਲ ਕਿਲੇ ਵਿੱਚ ਗਿਆ। ਹੁਣ ਆਪਸੀ ਸਲਾਹ ਕਰਦੇ ਨੇ ਵੀ ਸਾਨੂੰ ਤੇ ਖੁਦਾ ਨੇ ਸਬੱਬ ਦੇ ਨਾਲ ਐਸਾ ਮੌਕਾ ਬਖਸ਼ਿਆ ਹੈ, ਜਿਨ੍ਹਾਂ ਨੂੰ ਲੱਭਣ ਦੇ ਵਾਸਤੇ ਸਾਰੇ ਸੂਬਿਆਂ ਦੇ ਸੂਬੇ ਪੱਬਾਂ ਭਾਰ ਹੋਏ ਨੇ। ਸਿੱਖਾਂ ਤੇ ਹਿੰਦੂਆਂ ਦੇ ਉਹ ਗੁਰੂ ਅੱਜ ਸਾਡੇ ਕੋਲ ਆਪਣੇ ਆਪ ਹੀ ਆ ਗਏ। ਆਪਾਂ ਮੌਕਾ ਨਾ ਗਵਾਈਏ। ਇੱਥੋਂ ਤੱਕ ਆਪ ਜੀਆਂ ਨੇ ਗੁਰਾਂ ਦੇ ਪਾਵਨ ਜੀਵਨ ਦੇ ਪ੍ਰਸੰਗਾਂ ਨੂੰ ਸੁਣਿਆ। ਆਓ ਕੁਝ ਕੁ ਸਮਾਂ ਮਨ ਚਿਤ ਬਿਰਤੀਆਂ ਨੂੰ ਇਕਾਗਰ ਚਿਤ ਬਣਾਈਏ। ਕੋਈ ਵੀ ਜੇਬਾ ਰਸਨਾ ਬਾਂਝੀ ਨਾ ਰਹੇ। ਲਵਾਓ ਪਿਆਰ ਸਹਿਤ ਹਾਜ਼ਰੀ, ਗੱਜ ਵੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ तुझ मुझ पर प्रसन्न हवै शाहू, औजक आए गयो गुर पाहू। जिस वेले सतगुरां दे अचनचेत आउण दा पता कोतवाली दे कोतवाल थाणेदार नूं लगਿਆ, मन विच लालच जागिਆ, कोई इनाम पा लईए। ਚੱਲ ਕੇ ਆਗਰੇ ਦੇ ਕਿਲੇ ਦੇ ਵਿੱਚ ਸੂਬੇਦਾਰ ਕੋਲ ਆਇਆ। ਆਖਣ ਲੱਗਿਆ, ਸੂਬਾ ਜੀ, ਜੇ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗ੍ਰਿਫਤਾਰ ਕਰ ਲਓ, ਇਹ ਸੌਦਾ ਆਪਣੇ ਲਈ ਲਾਹੇ ਦਾ ਹੋਏਗਾ, ਕਿਉਂਕਿ ਜਿਨ੍ਹਾਂ ਨੂੰ ਹਰ ਕੋਈ ਲੱਭਦਾ ਫਿਰਦਾ ਹੈ, ਰੱਬ ਸਬੱਬੀ ਉਹ ਸਾਡੇ ਪਾਸ ਆ ਗਏ। ਆਪਾਂ ਮੌਕਾ ਨਾ ਗਵਾਈਏ। ਜਿਸ ਹਿੱਤ ਕਈ ਬਾਰ ਪਰਵਾਨੇ, ਆਏ ਹੁਦੇ ਪਠੇ ਤਬ ਜਾਣੇ। ਕਿਉਂਕਿ ਹੁਣ ਤੱਕ ਔਰੰਗਜ਼ੇਬ ਬਾਦਸ਼ਾਹ ਨੇ ਆਪਣੇ ਕੋਲ ਬੇਅੰਤ ਪਰਵਾਨੇ ਚਿੱਠੀਆਂ ਭੇਜੀਆਂ। ਇਹਨਾਂ ਦੇ ਬਾਰੇ ਆਪਾਂ ਚਿੱਠੀਆਂ ਪੜ੍ਹ ਕੇ ਰੱਖ ਦਿੰਦੇ ਸੀ, ਕਿਉਂਕਿ ਸਾਡੀ ਉੱਥੋਂ ਤੱਕ ਪਹੁੰਚ ਨਹੀਂ ਸੀ। ਜਾਣਦੇ ਸੀ ਸਾਨੂੰ ਕਦੇ ਵੀ ਗੁਰੂ ਜੀ ਮਿਲ ਨਹੀਂ ਸਕਦੇ, ਤੇ ਭੱਜ ਨੱਠ ਕਿਉਂ ਕਰੀਏ। ਇਹ ਤੇ ਰੱਬ ਸਬੱਬੀ ਸਿੱਖਾਂ ਦੇ ਗੁਰੂ ਆਪਣੇ ਇਲਾਕੇ ਵਿੱਚ ਆਏ ਹੋਏ ਨੇ, ਤੇ ਗੁਰੂ ਸਾਹਿਬ ਨੂੰ ਨਹੀਂ ਪਤਾ ਵੀ ਆਪਾਂ ਵੀ ਉਹਨਾਂ ਨੂੰ ਲੱਭਣਾ ਹੀ ਚਾਹੁੰਦੇ ਹਾਂ। ਜੇ ਇਹ ਮੌਕਾ ਆਪਣੇ ਦੋਨਾਂ ਦੇ ਹੱਥ ਲੱਗਦੇ, ਪੂਰੇ ਹਿੰਦੁਸਤਾਨ ਦੇ ਵਿੱਚ ਆਪਣੀ ਵਾਹ ਵਾਹ ਹੋਏਗੀ। ਜ਼ੋਰ ਵੀ ਕੋਈ, ਪੈਸਾ ਵੀ ਨਹੀਂ ਲੱਗਣਾ, ਤੇ ਇਸ ਲਾਭ ਦੇ ਵਿੱਚ ਵੱਡੀਆਂ ਨੌਕਰੀਆਂ, ਵੱਡੇ ਇਨਾਮ ਮਿਲਣੇ ਨੇ। ਇਸੇ ਰੀਤ ਸਭ ਦੇਸ਼ਨ ਮਾਹੀ, ਸ਼ਾਹੂ ਤਗੀਦ ਪਾਏ ਕਿਤ ਨਾਹੀ। ਕਹਿੰਦੇ ਹੁਣ ਕੋਤਵਾਲ ਦੀ ਗੱਲ ਜਦੋਂ ਸੂਬੇ ਨੇ ਸੁਣੀ,
सुन के उन्हें बहुती दिलचस्पी ना विखाई। रब ही जानदा क्यों चुप बैठा, पर कोतवाल दे मन विच लालच बड़ा है। वो बार बार इको गल कहंदा है, सूबा जी गल मनो ते सही, मिलेगा बहुत कुछ। क्योंकि जदों बादशाह नूं साडे बारे पता लगना है ते बादशाह ने बड़ी खुशी मनाउणी है, बड़ा चाह करना है। क्योंकि गुरु तेग बहादुर साहब जियां दे सिर ते औरंगजेब ने इनाम बहुत रखे हुए हैं। जे कोई आम मनुख भी इन्हां दी सूह दे दे, ਉਹਨੂੰ भी 1 ਲੱਖ ਦਾ ਇਨਾਮ ਦੱਸਿਆ ਹੋਇਆ ਤੇ ਆਪਾਂ ਜੇ गिरफ्तार करके सतगुਰਾਂ ਨੂੰ ਦਿੱਲੀ ਪਹੁੰਚਾ ਦਿੱਤਾ, ਫਿਰ ਤੇ ਸੋਨੇ ਤੇ ਸੁਹਾਗਾ ਹੈ। ਇਹ ਫਿਰ ਬਾਦਸ਼ਾਹ ਹੀ ਜਾਣਦਾ ਹੈ ਸਾਨੂੰ ਕੀ ਦੇਵੇਗਾ। पूर्व उत्तर पश्चिम दक्षिण खोजत रहे ना लहियो विचक्षण। ਜਦੋਂ ਸੂਬੇ ਨੇ ਗੱਲ ਸੁਣੀ, ਸੁਣ ਕੇ ਬਹੁਤੀ ਦਿਲ ਨੂੰ ਨਾ ਲਾਈ, ਕੋਤਵਾਲ ਨੂੰ ਬੜਾ ਫਿਕਰ ਪੈ ਗਿਆ। ਉਹ ਫਿਰ ਉਤਸ਼ਾਹਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਪੂਰਬ, ਪੱਛਮ, ਉੱਤਰ ਅਤੇ ਦੱਖਣ 4 ਦਿਸ਼ਾਵਾਂ ਹਿੰਦੁਸਤਾਨ ਦੀਆਂ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਦੇ ਖਿਲਾਫ ਖੱਤ ਗਏ। 7-8 ਮਹੀਨੇ ਹੋ ਗਏ ਨੇ, ਸਿੱਖਾਂ ਦੇ ਗੁਰੂ ਅਜੇ ਤੱਕ ਨਹੀਂ ਮਿਲੇ। ਔਰੰਗਜ਼ੇਬ ਬਾਦਸ਼ਾਹ ਦਿਨ ਰਾਤ ਇਹਨਾਂ ਦੀ ਗੱਲ ਕਰਦਾ ਹੈ। ਉਹ ਗੱਲ ਇਸ ਲਈ ਕਰਦਾ ਹੈ ਕਿਉਂਕਿ ਸਨਾਤਨਵਾਦ ਤੇ ਹਿੰਦੂ ਧਰਮ ਨੂੰ ਬਚਾਉਣ ਦੀ ਜ਼ਿੰਮੇਵਾਰੀ ਸਤਿਗੁਰਾਂ ਨੇ ਆਪਣੇ ਸਿਰ ਲਈ ਹੋਈ ਹੈ। ਤੇ ਆਪਣਾ ਕੀ ਜਾਂਦਾ ਹੈ, ਮੁਫਤ ਵਿੱਚ ਇਨਾਮ ਮਿਲਣਗੇ, ਮੁਫਤ ਵਿੱਚ ਮਾਣ ਵਡਿਆਈ ਹੋਏਗੀ। ਪਰ ਸੂਬਾ ਇੱਕੋ ਗੱਲ ਕਹਿੰਦਾ, ਆਪਾਂ ਨੂੰ ਕੀ ਮਿਲੂ ਇਹੋ ਜਿਹਾ ਪਾਪ ਕਮਾ ਕੇ। ਆਖੋ ਸਤਨਾਮ। ਉਹ ਤਾਂ ਨਹੀਂ ਸੀ ਅਜੇ ਤੱਕ ਮੰਨਦਾ। ਕਈ ਵਾਰ ਕਈ ਮਨੁੱਖ ਜ਼ਿੰਦਗੀ ਵਿੱਚ ਪਾਪ ਨਹੀਂ ਕਰਨਾ ਚਾਹੁੰਦੇ, ਪਰ ਸਾਥੀ ਮਿੱਤਰ ਉਹਨਾਂ ਦਾ ਦਾਇਰਾ ਮਜਬੂਰ ਕਰਦਾ ਏ। ਸੋ ਤੁਮ ਫਤਿਹ ਲਿਓ ਇਸ ਕਾਲਾ, ਗਹਿ ਲੀਜ ਹੈ ਗੁਰੂ ਕੋ ਦਰਹਾਲਾ। ਮੇਰੀ ਤੁਸੀਂ ਮੰਨੋ, ਮੌਕਾ ਆਪਣੇ ਕੋਲੇ, ਮੌਕਾ ਹੱਥੋਂ ਨਿਕਲ ਗਿਆ ਤੇ ਕਿਸੇ ਨੇ ਬਾਤ ਨਹੀਂ ਪੁੱਛਣੀ। ਇਹ ਬਾਜੀ ਕੋਈ ਹੋਰ ਮਾਰ ਦੇਗਾ। ਸੂਬਾ ਜੀ, ਜੇ ਮੁਫਤ ਵਿੱਚ ਫਤਿਹ ਮਿਲਦੀ ਹੋਵੇ, ਜਿੱਤ ਮਿਲਦੀ ਹੋਵੇ, ਅਪਣਾ ਲੈਣੀ ਚਾਹੀਦੀ। ਸਤਿਗੁਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਕਿਹੜਾ ਆਪਣਾ ਜ਼ੋਰ ਲੱਗਣਾ ਹੈ। ਥੋੜੇ ਜਿਹੇ ਸਿਪਾਹੀ ਮੇਰੇ ਕੋਲੇ ਨੇ, ਬਾਕੀ ਫੌਜ ਤੁਹਾਡੇ ਕੋਲੇ ਹੈ। ਪਹਿਲਾਂ ਪੱਕਾ ਪਤਾ ਕਰੀਏ ਵੀ ਇਹ ਉਹੀ ਨੇ, ਕਿਉਂਕਿ ਸਿਪਾਹੀਆਂ ਨੇ ਤੇ ਅੰਦਾਜ਼ਾ ਲਾ ਕੇ ਕਹਿ ਦਿੱਤਾ ਇਹ ਸਿੱਖਾਂ ਦੇ ਗੁਰੂ ਤੇਗ ਬਹਾਦਰ ਸਾਹਿਬ ਨੇ, ਜਿਨ੍ਹਾਂ ਨੂੰ ਸਮੇਂ ਦੀ ਹਕੂਮਤ ਲੱਭਦੀ ਹੈ, ਜਿਨ੍ਹਾਂ ਦੀ ਸੈਂਟਰ ਸਰਕਾਰ ਨਾਲ ਟੱਕਰ ਹੈ। ਜਦੋਂ ਸੂਬੇ ਨੇ ਇਹ ਗੱਲਾਂ ਬਾਰ-ਬਾਰ ਸੁਣੀਆਂ, ਸੱਚਮੁੱਚ ਉਤਸ਼ਾਹਤ ਹੋ ਗਿਆ। ਸੁਖ ਸੋ ਰੱਖੋ ਦੁਰਗਮ ਜਾਰੇ, ਸੁਧ ਪਾਠ ਦੇਹੋ ਸ਼ਾਹੂ ਕੇ ਦਵਾਰੇ। ਹੁਣ ਸੂਬੇ ਵਾਲਾ ਪੁੱਛਦਾ, ਸੂਬੇਦਾਰ ਕਿਲੇ ਵਾਲਾ ਕਹਿੰਦਾ, ਜੇ ਆਪਾਂ ਗੁਰੂ ਸਾਹਿਬ ਨੂੰ ਗ੍ਰਿਫਤਾਰ ਕਰ ਲਈਏ ਤੇ ਕਰਾਂਗੇ ਕੀ? ਉੱਤੇ ਬੜੀ ਮਹਾਨ ਹਸਤੀ ਸੁਣਿਆ। ਅੱਗੋਂ ਕੋਤਵਾਲ ਦੱਸਦਾ ਕਹਿੰਦਾ, ਆਪਾਂ ਸਤਿਗੁਰਾਂ ਨੂੰ ਗ੍ਰਿਫਤਾਰ ਕਰਕੇ ਕਿਲੇ ਚ ਲੈ ਆਵਾਂਗੇ, ਇੱਜ਼ਤ ਕਰਾਂਗੇ, ਮਾਣ ਸਤਿਕਾਰ ਕਰਾਂਗੇ, ਉਹਨਾਂ ਨੂੰ ਮਹਿਸੂਸ ਨਾ ਹੋਵੇ ਸਾਨੂੰ ਗ੍ਰਿਫਤਾਰ ਕੀਤਾ ਹੋਇਆ। ਇੰਨੀ ਸੇਵਾ ਕਰਾਂਗੇ। ਇੱਥੋਂ ਆਪਾਂ ਔਰੰਗਜ਼ੇਬ ਬਾਦਸ਼ਾਹ ਨੂੰ ਛੇਤੀ ਚਿੱਠੀ ਭੇਜ ਦਿਆਂਗੇ। ਕਹਿ ਸੁਨ ਕਰ ਦੋਨੋਂ ਹਰ ਖਾਏ, ਬਿਰੰਦ ਸਿਪਾਹੀ ਕਰ ਇੱਕ ਥਾਏ। ਕੋਤਵਾਲ ਕਹਿੰਦਾ, ਜਦੋਂ ਚਿੱਠੀ ਬਾਦਸ਼ਾਹ ਕੋਲ ਜਾਏਗੀ, ਮੈਂ ਲਿਖ ਕੇ ਤੈਨੂੰ ਦੇ ਦਿੰਦਾ। ਉਹ ਇੰਨਾ ਖੁਸ਼ ਹੋਏਗਾ, ਆਖੇਗਾ ਇਹਨਾਂ ਦੋਨਾਂ ਬੰਦਿਆਂ ਨੂੰ ਮੈਂ ਆਪਣੀ ਸਭਾ ਦੇ ਵਿੱਚ ਲਾਉਣਾ ਹੈ, ਵੱਡੇ ਅਹੁਦੇ ਦੇ ਕੇ ਨਵਾਜਣਾ। ਹੁਣ ਲਾਲਚ ਕਿਹਨੂੰ ਨਹੀਂ ਹੁੰਦਾ ਦੁਨੀਆ ਦੇ ਵਿੱਚ। ਹਰ ਇਨਸਾਨ ਜੰਮਦਾ ਹੋਇਆ ਜੱਗ ਤੇ ਲਾਲਚ ਲੈ ਕੇ ਆਉਂਦਾ ਹੈ। ਬੰਦੇ ਦੀ ਜਿੰਨੀ ਜ਼ਿੰਦਗੀ ਹੈ ਨਾ, ਕਦੇ ਇਕੱਲੇ ਬਹਿ ਕੇ ਆਪਣੇ ਵੱਲ ਵੀ ਵੇਖ ਲਿਓ, ਕਦੇ ਦੂਜੇ ਵੱਲ ਵੀ ਵੇਖ ਲਿਓ, ਜ਼ਮਾਨੇ ਵੱਲ ਵੀ ਦੇਖ ਲਿਓ। ਜੇ ਸਾਡੀ ਜ਼ਿੰਦਗੀ ਦਾ ਸਰਕਲ, ਜ਼ਿੰਦਗੀ ਦਾ ਦਾਇਰਾ ਘੁੰਮ ਰਿਹਾ ਹੈ, ਘੁੰਮਦਾ ਸਾਰਾ ਲਾਲਚ ਦੇ ਦੁਆਲੇ ਹੀ। ਆਖੋ ਸਤਨਾਮ। ਸਵੇਰ ਤੋਂ ਬੰਦਾ ਘਰੋਂ ਨਿਕਲਦਾ, ਸ਼ਾਮ ਨੂੰ ਘਰੇ ਵੜਦਾ, ਲਾਲਚ ਲਾਲਚ ਲਾਲਚ, ਮੈਨੂੰ ਕਿੱਥੋਂ ਕੀ ਮਿਲ ਜਾਏਗਾ। ਜ਼ਿੰਦਗੀ ਬਚਪਨ ਤੋਂ ਲੈ ਕੇ ਬੁਢਾਪੇ ਤੱਕ ਇਸ ਖਿਆਲ 'ਚ ਹੀ ਗੁਜ਼ਰ ਜਾਂਦੀ ਹੈ। ਲਾਲਚ ਤੇ ਇੰਨਾ ਬੁਰਾ ਹੈ, ਲੋੜ ਤੋਂ ਵੱਧ ਕੇ ਹੋ ਜੇ ਤੇ ਜ਼ਿੰਦਗੀ ਨੂੰ ਨਰਕ ਬਣਾ ਦਿੰਦਾ ਹੈ। ਲਾਲਚ ਮਨ ਵਿੱਚ ਜਾਗਿਆ, ਕਹਿੰਦੀ ਆਪਾਂ ਫਿਰ ਗੁਰੂ ਸਾਹਿਬ ਨੂੰ ਗ੍ਰਿਫਤਾਰ ਕਰ ਹੀ ਲੈਂਦੇ ਹਾਂ। ਅੱਗੋਂ ਕੋਤਵਾਲ ਕਹਿੰਦਾ, ਜੀ ਤੁਹਾਡੇ ਕੋਲ 400 ਸਿਪਾਹੀ ਹੈ ਜੋ ਤੁਹਾਡੇ ਕਿਲੇ ਵਿੱਚ ਹਾਜ਼ਰ ਹੈ। ਚੱਲਿਓ ਦੁਰਗਪਤ ਅਰ ਕੁਤਵਾਲ,
ਬੋਲਤ ਮੋਦਤ ਕਰਤ ਉਤਾਲ। ਹੁਣ ਕੋਤਵਾਲ ਦੀ ਗੱਲ ਨੂੰ ਚੰਗਿਆ ਸਮਝ ਕੇ ਸਲਾਹਕਾਰ ਮਾੜਾ ਨਿਕਲਿਆ ਨਾ, ਸੂਬਾ ਤੇ ਆਇਆ ਨਹੀਂ ਸੀ ਇਹ ਕੰਮ ਕਰਨ ਵਾਸਤੇ, ਚੱਲ ਕੇ ਗਿਆ ਉਹਦੇ ਕੋਲ, ਤੂੰ ਮੇਰਾ ਸਾਥੀ ਬਣ ਜਾ। ਬਣਾ ਲਿਆ ਸਾਥੀ। ਅਕਸਰ ਚੰਗੇ ਮਿੱਤਰ ਮਿੱਤਰਾਂ ਨੂੰ ਤਾਰ ਦਿੰਦੇ, ਮਿੱਤਰ ਮਾੜਾ ਹੋਵੇ ਤੇ ਜੀਵਨ ਡੋਬ ਦਿੰਦਾ। ਆਖੋ ਸਤਨਾਮ। ਕੋਤਵਾਲ ਦੇ ਮਨ ਚ ਲਾਲਚ ਆਇਆ, ਚਲੋ ਬਾਦਸ਼ਾਹ ਸਾਡਾ ਹੋਰ ਕਰੀਬੀ ਹੋ ਜਾਏਗਾ। ਦੋਨੋਂ ਜਣੇ ਚੱਲੇ, ਨਾਲ 400 ਘੋੜ ਸਵਾਰ ਸਿਪਾਹੀ ਲੈ ਲਿਆ, ਬਾਗ ਨੂੰ ਰਵਾਨਾ ਹੋ ਗਏ। ਜੋ ਉਪ ਬਨ ਕੀ ਹੈ ਦੇਸ਼ ਚਾਰ, ਪੱਠੇ ਚਾਰ ਸੈ ਤਹਿ ਅਸਵਾਰ। ਕਹਿੰਦੇ ਸਭ ਤੋਂ ਪਹਿਲਾਂ ਦੋਨਾਂ ਨੇ 400 ਸਿਪਾਹੀ ਭੇਜਿਆ। 400 ਹੁਣ 4 ਦਿਸ਼ਾਵਾਂ ਨੇ ਵਗਦੀਆਂ ਵੀ 100 ਸਿਪਾਹੀ ਇੱਕ ਇੱਕ ਤਰਫ ਇੱਕ ਇੱਕ ਦਿਸ਼ਾ ਨੂੰ ਘੇਰਾ ਪਾ ਲਓ, ਕਿਤੇ ਸਿੱਖਾਂ ਦੇ ਗੁਰੂ ਇੱਥੋਂ ਭਾਜੀ ਨਾ ਜਾਣ, ਨਿਕਲ ਨਾ ਜਾਣ। ਕਹਿੰਦੇ 400 ਸਿਪਾਹੀ ਗਿਆ, ਸੋਹਣੇ ਜੇ ਬਾਗ ਨੂੰ ਚਾਰੇ ਤਰਫ ਤੋਂ ਘੇਰ ਲਿਆ। ਰੱਬ ਸਬੱਬੀ ਉਹ ਆ ਜਿਹੜੀ ਮੱਥਾ ਟੇਕਿਓ ਤੇ ਭੇਡਾਂ ਲੈ ਕੇ ਨਿਕਲ ਗਿਆ। ਇੱਧਰ ਸਤਿਗੁਰਾਂ ਨੂੰ ਬਾਗ ਵਿੱਚ ਬੈਠੇ ਸਹਿਜ ਸੁਭਾਅ ਫੌਜਾਂ ਨੇ ਘੇਰਾ ਪਾ ਲਿਆ। ਬਨ ਸੁਚੇਤ ਹੁਜਹਿ ਸਭ ਠਾਂਡੇ, ਹੋਏ ਨ ਆਸ ਭਾਜੈ ਬਨ ਗਾਡੇ। ਕਹਿੰਦੇ ਹੁਣ ਇਹ 400 ਕਿਉਂ ਭੇਜਿਆ? ਕਿਤੇ ਇਹ ਨਾ ਹੋਵੇ ਸਾਡੀ ਤਿਆਰੀ ਕਰਦੇ ਕਰਦੇ ਸਿੱਖਾਂ ਦੇ ਗੁਰੂ ਭੱਜ ਉੱਠਣ, ਇੱਥੋਂ ਨਿਕਲ ਜਾਣ, ਉਹਨਾਂ ਨੂੰ ਕੋਈ ਬਚਾ ਵੀ ਸਕਦਾ ਹੈ। ਪਰ ਇਹ ਨਹੀਂ ਜਾਣਦੇ, ਕੱਲ ਤੱਕ ਸਿਪਾਹੀ ਮਿਹਨਤਾਂ ਕਰਦਾ ਸੀ, ਸਤਿਗੁਰ ਜੀ ਆਪ ਜੀ ਚਲੇ ਜਾਓ ਇੱਥੋਂ। ਮੈਂ ਇਹ ਕਹਿ ਸਕਦਾ ਸਿਪਾਹੀ ਧੱਕਾ ਮਾਰ ਕੇ ਚਲੇ ਗਏ, ਪਰ ਗੁਰੂ ਜੀ ਕਹਿੰਦੇ ਨਹੀਂ ਭਾਈ, ਜੋ ਪਰਮਾਤਮਾ ਨੇ ਲਿਖਿਆ ਹੈ ਉਹੀ ਹੋਣਾ ਚਾਹੀਦਾ, ਉਹਦਾ ਹੁਕਮ ਮੋੜਨਾ ਨਹੀਂ ਚਾਹੀਦਾ, ਟਾਲਣਾ ਨਹੀਂ ਚਾਹੀਦਾ। ਮੇਰੇ ਸਤਿਗੁਰ ਭੱਜੇ ਨਾ, ਪਰ ਸਮੇਂ ਦੀ ਹਕੂਮਤ ਦੇ ਬੰਦੇ, ਆਗਰੇ ਦਾ ਸੂਬੇਦਾਰ, ਸੂਬਾ ਕਿਲੇ ਵਾਲਾ ਕੋਤਵਾਲ, ਉਹਨਾਂ ਦੀ ਸੋਚ ਦਾ ਦਾਇਰਾ ਇੰਨਾ ਤੰਗ ਹੋ ਗਿਆ ਵੀ ਜੇ ਅਸੀਂ ਘੇਰਾ ਨਾ ਪਾਇਆ ਤੇ ਸਤਿਗੁਰ ਭੱਜ ਜਾਣਗੇ। ਉਹ ਜਿਹੜੇ 4 ਦਿਨਾਂ ਤੋਂ ਬੇਪਰਵਾਹ ਹੋਏ ਬੈਠੇ, ਅੱਜ ਉਹਨਾਂ ਕੀ ਭੱਜਣਾ ਹੈ? ਚਲੋ ਆਪਣੀ ਸੋਚ ਸੀ। ਫੌਜਾਂ ਨੇ ਘੇਰਾ ਤੰਗ ਕਰ ਲਿਆ। ਬਾਗ ਦੇ 12 ਦਰਵਾਜ਼ੇ ਸੀ, 12 ਨੂੰ ਰੋਕ ਲਿਆ ਗਿਆ, 12 ਹੀ ਬੰਦ ਕਰ ਦਿੱਤੇ। ਵਹਿਰ ਬਾਗ ਤੇ ਥਿਰ ਸਭ ਰਹੀਐ, ਨਿਕਸ ਨਾ ਭਾਜੈ ਦਿਡ ਹਵੈ ਲਹੀਐ। ਹੁਣ ਆਪਣਾ ਆਪਣਾ ਘੇਰਾ ਟਾਈਟ ਕਰਦੇ ਹੋ। ਸਿਪਾਹੀਆਂ ਨੂੰ ਕਿਹਾ ਗਿਆ ਬਾਗ ਦੇ ਅੰਦਰ ਤੁਸੀਂ ਜਾਣਾ ਨਹੀਂ, ਤੇ ਗੁਰੂ ਸਾਹਿਬ ਤੇ ਉਹਨਾਂ ਦੇ ਸਿੱਖਾਂ ਨੂੰ ਕਿਸੇ ਬਹਾਨੇ ਤੇ ਬਾਹਰ ਆਉਣ ਦੇਣਾ ਨਹੀਂ। ਕੋਈ ਬਹਾਨਾ ਲਾਏ, ਭੁੱਖ ਲੱਗੀ ਹੈ, ਪਾਣੀ ਪੀਣਾ ਹੈ, ਦਾਣਾ ਪੱਠਾ ਘੋੜਿਆਂ ਲਈ ਲੈ ਕੇ ਆਉਣਾ ਹੈ, ਕਹਿੰਦੇ ਹਰ ਚੀਜ਼ ਬਾਗ 'ਚ ਪਹੁੰਚਾਓ। ਅਸੀਂ ਵੀ ਚੱਲ ਕੇ ਆਏ, ਪਰ ਕੋਈ ਬਾਹਰ ਨਹੀਂ ਜਾਣਾ ਚਾਹੀਦਾ। ਸਖਤ ਹੁਕਮ ਸੂਬੇ ਨੇ ਸੁਣਾ ਦਿੱਤੇ। ਆਪ ਪਰਵੇਸ਼ੇ ਅੰਤਰ ਜਾਏ, ਲੀਏ ਸੰਗ ਮਾਨਵ ਸਮੁਦਾਇ। ਕਹਿੰਦੇ ਜਿਸ ਵੇਲੇ 400 ਬੰਦੇ ਨੇ ਘੇਰਾ ਚਾਰੇ ਪਾਸੇ ਪਾਇਆ, ਹੁਣ ਸੂਬਾ ਅਤੇ ਇੱਥੋਂ ਦਾ ਥਾਣੇਦਾਰ ਕੋਤਵਾਲ ਦੋਨੋਂ ਜਣੇ 15-20 ਵਿਅਕਤੀਆਂ ਨੂੰ ਲੈ ਕੇ, ਸਿਪਾਹੀਆਂ ਨੂੰ ਲੈ ਕੇ ਬਾਗ ਵਿੱਚ ਪ੍ਰਵੇਸ਼ ਕਰ ਗਏ, ਜਿੱਥੇ ਮੇਰੇ ਸਤਿਗੁਰ ਚੌਂਕੜਾ ਲਾ ਕੇ ਬੇਪਰਵਾਹ ਬੈਠੇ ਨੇ। ਨਾਲ ਸਤਿਗੁਰਾਂ ਦੇ ਪੰਜੇ ਸਿੱਖ ਸੋਚ ਰਹੇ ਨੇ, ਮਰਦ ਦੀ ਇਹ ਚੋਜ ਕੀ ਨੇ, ਖੇਡਾਂ ਵਰਤਾਉਂਦੇ ਕੀ ਨੇ। ਸਤਿਗੁਰ ਬੈਠੇ ਜਾਏ ਨਿਹਾਰੇ, ਦੋਨੋਂ ਠਾਂਡੇ ਭਏ ਅਗਾਰੇ। ਕਹਿੰਦੇ ਜਾ ਕੇ ਇਹਨਾਂ ਨੇ ਮੱਥਾ ਨਹੀਂ ਟੇਕਿਆ, ਕਿਸਮਤ ਜਿੰਨਾਂ ਦੀ ਮਾੜੀ ਹੋ ਗਈ। ਸਤਿਗੁਰ ਨੂੰ ਸਭ ਕੋ ਦੇਖਦਾ, ਜੀਤਾ ਜਗਤ ਸੰਸਾਰ, ਡਿਠਿਆ ਮੁਕਤ ਨਾ ਹੋਵਈ, ਜਿਚਰ ਸ਼ਬਦ ਨਾ ਕਰੇ ਵਿਚਾਰ। ਗੁਰੂ ਨੂੰ ਤੇ ਸਾਰਾ ਹੀ ਜ਼ਮਾਨਾ ਵੇਖਦਾ ਹੈ, ਕੀ ਵੇਖਿਆ ਮੁਕਤ ਹੋ ਜਾਣਾ ਹੈ? ਕੱਲੇ ਦਰਸ਼ਨ ਕਰਿਆ ਕੋਈ ਜੀਵਨ ਸੁਖੀ ਹੋ ਜਾਏਗਾ? ਨਹੀਂ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਜੇ ਸਿੱਖ ਵੇਖਦੇ ਨੇ ਤੇ ਵੇਖਦਾ ਸੀ ਚੰਦੂ ਦੀਵਾਨ ਵੀ, ਕਿ ਚੰਦੂ ਦੀਵਾਨ ਦਾ ਭਲਾ ਹੋਇਆ, ਪਾਰ ਉਤਾਰਾ ਹੋ ਗਿਆ ਉਹਨਾਂ। ਬਾਬਾ ਪ੍ਰੀਤੀ ਚੰਦ ਰੋਜ਼ ਸਤਿਗੁਰਾਂ ਨੂੰ ਤੱਕਦਾ ਸੀ, ਵੇਖਦਾ ਸੀ ਕਿ ਭਲਾ ਹੋਇਆ ਨਹੀਂ ਹੋਇਆ। ਗੱਲ ਵੇਖਣ ਨਾਲ ਨਹੀਂ ਬਣਨੀ, ਵੇਖਣ ਵਾਲੀ ਅੱਖ ਅੰਦਰੋਂ ਪ੍ਰੇਮ ਦੀ ਹੋਣੀ ਚਾਹੀਦੀ ਹੈ। ਚੰਦੂ ਦੀ ਅੱਖ ਵਿੱਚ ਪ੍ਰੇਮ ਨਹੀਂ ਸੀ, ਉਹ ਵੇਖਦਾ ਰੋਜ਼ ਸੀ, ਉਹ ਤਾਂ ਵੀ ਨਰਕਾਂ ਨੂੰ ਚਲਿਆ ਗਿਆ।
ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਜਲਾਦਾਂ ਨੇ ਦੇਖਿਆ, ਸੀਸ ਕੱਟਣ ਵੇਲੇ ਉਹਨਾਂ ਦਾ ਤੇ ਉਧਾਰ ਨਹੀਂ ਹੋਇਆ, ਕਿਉਂਕਿ ਉਹਨਾਂ ਦੀ ਅੱਖ ਵੇਖਣ ਵਾਲੀ ਨਹੀਂ ਸੀ, ਅੱਖ ਵਿੱਚ ਨੂਰ ਨਹੀਂ ਸੀ, ਹਿਰਦੇ 'ਚ ਪ੍ਰੇਮ ਨਹੀਂ ਸੀ। ਅੱਜ ਕਹਿੰਦੇ ਕੋਤਵਾਲ ਆਏ, ਸਤਿਗੁਰਾਂ ਨੂੰ ਵੇਖ ਰਹੇ ਨੇ, ਮੱਥਾ ਨਹੀਂ ਟੇਕਿਆ। ਮੱਥਾ ਤੇ ਤਾਂ ਟੇਕਣ ਜੇ ਕਦਰ ਦਾ ਪਤਾ ਹੋਵੇ, ਸਤਿਕਾਰ ਦਾ ਪਤਾ ਹੋਵੇ ਇਹ ਸਤਿਗੁਰ ਪਰਮਾਤਮਾ ਆਪ ਨੇ। ਅੰਦਰ ਤੋਂ ਅਗਿਆਨੀ ਸੀ ਬੰਦਾ, ਕਿੰਨਾ ਵੀ ਪੜਿਆ ਹੋਵੇ, ਕਿੰਨਾ ਵੀ ਸਿਆਣਾ ਹੋਵੇ, ਜਦੋਂ ਮਨ ਵਿੱਚ ਥੋੜਾ ਜਿਹਾ ਵੀ ਲਾਲਚ ਆ ਗਿਆ ਨਾ, ਦੁਨੀਆ ਦਾ ਮਹਾਮੂਰਖ ਬਣ ਜਾਂਦਾ। ਆਖੋ ਸਤਨਾਮ। ਲਾਲਚ ਤੇ ਇੱਕ ਇਹੋ ਜਿਹਾ ਹੈ, ਪੜ੍ਹੇ ਲਿਖੇ ਨੂੰ ਅਨਪੜ੍ਹ ਬਣਾ ਦਿੰਦਾ ਹੈ, ਸਿਆਣੇ ਨੂੰ ਮੂਰਖ ਬਣਾ ਦਿੰਦਾ ਹੈ। ਸੋਚਦਾ ਹੀ ਨਹੀਂ ਬੰਦੇ ਨੂੰ। ਮਨੁੱਖ ਸੋਚਦਾ ਹੈ ਜਿਹਦੇ ਨਾਲ ਠੱਗੀ ਮੈਂ ਮਾਰਦਾ, ਜਿਹਨੂੰ ਲੁੱਟਣ ਮੈਂ ਲੱਗੀ, ਉਹਨੂੰ ਕਿਹੜਾ ਪਤਾ ਹੈ ਕੋਈ ਉਹ ਤੇ ਮੂਰਖ ਹੈ। ਕਿਉਂਕਿ ਪਰਦਾ ਪੈ ਜਾਂਦਾ ਵੱਤ ਤੇ। ਆ ਕੇ ਸਤਿਗੁਰਾਂ ਦੇ ਕੋਲ ਖੜੇ ਨੇ, ਆਸੇ ਪਾਸੇ ਖੜੇ ਨੇ, ਵੇਖ ਰਹੇ ਨੇ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਨੇਤਰ ਭਰ ਕੇ ਵੇਖਿਆ, ਕੁਝ ਵੀ ਬੋਲੇ ਨਾ। ਬੂਝਣ ਲੱਗੇ ਗੁਰੂ ਤੁਮ ਆਹੋ, ਨਾਮ ਸਮੇਤ ਹਮ ਹੈ ਸਭ ਕਹੋ। ਹੁਣ ਸਤਿਗੁਰਾਂ ਨੂੰ ਪੁੱਛਦਾ ਥਾਣੇਦਾਰ, ਕਹਿੰਦਾ ਗੁਰੂ ਤੁਸੀਂ ਹੋ? ਸਤਿਗੁਰਾਂ ਸੀਸ ਹਲਾਤਾ, ਹਾਂ ਭਾਈ। ਆਖੋ ਸਤਨਾਮ। ਹੁਣ ਪੁੱਛਣ ਦਾ ਤਰੀਕਾ ਵੇਖ ਲੋ। ਇਹ ਉਹ ਮਾਲਕ ਨੇ ਜਿਨ੍ਹਾਂ ਅੱਗੇ ਧਰਮ ਰਾਜ ਵੀ ਹੱਥ ਜੋੜ ਕੇ ਖੜਦਾ ਹੈ। ਜੇ ਕਹੀਏ ਕਸੂਰ ਨਹੀਂ, ਇਹ ਚੋਜ ਹੈ, ਮਰਗ ਦਾ ਖੇਡ ਹੈ ਸਤਿਗੁਰਾਂ ਦੀ। ਹਰ ਇੱਕ ਬੰਦਾ ਹਰ ਇੱਕ ਦੀ ਕਦਰ ਨਹੀਂ ਜਾਣਦਾ ਹੁੰਦਾ। ਉਹ ਸਤਿਗੁਰਾਂ ਦੇ ਸਾਹਮਣੇ ਬਿਨਾਂ ਹੱਥ ਜੋੜੀ ਖੜੇ ਨੇ, ਪੁੱਛਦੇ ਨੇ, ਕਹਿੰਦੇ ਤੇਗ ਬਹਾਦਰ ਤੁਹਾਡਾ ਹੀ ਨਾਂ ਹੈ? ਗੁਰੂ ਸਾਹਿਬ ਸੁਣ ਰਹੇ ਨੇ ਸਾਰਾ ਕੁਝ, ਜਵਾਬ ਨਹੀਂ ਕੋਈ ਦਿੱਤਾ। ਰਸਨਾ ਤੋਂ ਬੋਲੇ ਨਾ। ਹਿੰਦੂ ਜਨ ਕੇ ਪੂਜ ਕਹਾਵਹੁ, ਆਪਨੋ ਵਰਨ ਸਥਾਨ ਬਤਾਵਹੁ। ਆਪਣਾ ਥਾਂ, ਆਪਣਾ ਵਰਨ, ਆਪਣੀ ਜਾਤ ਗੋਤ ਦੱਸੋ। ਸੁਣਿਆ ਤੁਸੀਂ ਹਿੰਦੂਆਂ ਦੇ ਗੁਰੂ ਕਹਾਉਂਦੇ ਹੋ। ਸਿੱਖ ਵੇਖ ਰਹੇ ਨੇ, ਸਿੱਖ ਤੇ ਸੋਚ ਰਹੇ ਨੇ ਕਿਹੜੀ ਮੁਸੀਬਤ ਵਿੱਚ ਆ ਕੇ ਫਸ ਗਏ, ਕਿਹੜੀ ਖੇਡ ਸੀ ਮਰਗ ਦੀ ਜੋ ਸਾਨੂੰ ਸਮਝ ਨਾ ਆਈ। ਸੁਨ ਤੁਰਕਨ ਤੇ ਪ੍ਰਭ ਜੀ ਕਹਿ, ਜਗਤ ਗੁਰੂ ਸ਼੍ਰੀ ਨਾਨਕ ਐ। ਜਦੋਂ ਕਹਿੰਦੇ ਇਹ ਕੋਤਵਾਲ ਤੇ ਸੂਬਾ ਬੋਲਿਆ, ਭਾਈ ਮਤੀ ਦਾਸ ਜੀ ਨੂੰ ਗੁੱਸਾ ਆ ਗਿਆ ਕਿ ਬੋਲ ਕਿਵੇਂ ਰਹੇ ਨੇ ਸਾਡੇ ਸਤਿਗੁਰਾਂ। ਮਿਆਨ ਕਿਰਪਾਨ ਦੇ ਮੁੱਠੇ ਨੂੰ ਹੱਥ ਗਿਆ, ਅਮਰਜ ਨੇ ਇਸ਼ਾਰਾ ਕੀਤਾ, ਨਹੀਂ ਭਾਈ ਇੱਥੇ ਜ਼ੋਰ ਨਹੀਂ ਵਿਖਾਉਣਾ। ਇਸ਼ਾਰਾ ਹੋਇਆ ਚੁੱਪ ਰਹਿਣ ਦਾ। ਹੁਣ ਗੁਰੂ ਤੇਗ ਬਹਾਦਰ ਪਾਤਸ਼ਾਹ ਆਪ ਬੋਲੇ, ਕਹਿੰਦੇ ਜੋ ਪੁੱਛਣਾ ਦੁਬਾਰਾ ਪੁੱਛੋ। ਕਹਿੰਦੇ ਤੁਸੀਂ ਗੁਰੂ ਤੇਗ ਬਹਾਦਰ ਹੋ, ਹਿੰਦੂਆਂ ਤੇ ਸਿੱਖਾਂ ਦੇ ਗੁਰੂ ਹੋ? ਮਰਦ ਕਹਿੰਦੇ ਬਿਲਕੁਲ, ਇਹਦੇ ਵਿੱਚ ਸ਼ੱਕ ਕੋਈ ਨਹੀਂ। ਹਮ ਤਿਨ ਕੇ ਦਾਸਨ ਕੇ ਦਾਸੇ, ਮੰਦਰ ਦੇਸ਼ ਮਹਿ ਬਾਸ ਆਵਾਸੇ। ਅਸੀਂ ਪੰਜਾਬ ਦੇਸ਼ ਮਦਰ ਦੇਸ਼ ਵਿੱਚ ਵਸਦੇ ਹਾਂ। ਸ਼ਹਿਰ ਸਾਡਾ ਅਨੰਦਪੁਰ ਸਾਹਿਬ। ਵੇਖੋ ਕਿਦਾਂ ਵਰਤ ਦੱਸ ਰਹੇ ਨੇ ਬੇਪਰਵਾਹ ਹੋ ਕੇ। ਸੂਬਿਆ ਨਗਰ ਅਨੰਦਪੁਰ ਹੈ, ਇਲਾਕਾ ਪੰਜਾਬ ਹੈ। ਗੁਰੂ ਨਾਨਕ ਸਾਹਿਬ ਦੀ ਗੁਰਤਾ ਗੱਦੀ ਦੇ ਅਸੀਂ ਸੇਵਾਦਾਰ। ਆਖੋ ਸਤਨਾਮ। ਤੂੰ ਜੋ ਸੁਣਿਆ ਬਿਲਕੁਲ ਦਰੁਸਤ ਸੁਣਿਆ ਏ। ਤੇਗ ਬਹਾਦਰ ਨਾਮ ਹਮਾਰਾ, ਕੁਲ ਸੋਢੀ ਜਗ ਮਹਿ ਉਜਿਆਰਾ। ਸੋਢੀਆਂ ਦੀ ਕੁੱਲ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਵੰਸ਼ ਵਿੱਚ ਸਾਡਾ ਜਨਮ ਹੋਇਆ ਤੇ ਸਿੱਖ ਸਾਨੂੰ ਗੁਰੂ ਕਹਿੰਦੇ। ਤੇਗ ਬਹਾਦਰ ਸਾਡਾ ਨਾਮ ਹੈ, ਇਹਦੇ ਵਿੱਚ ਕੋਈ ਗੁੰਜਾਇਸ਼ ਨਹੀਂ, ਕੋਈ ਦੁਰਾਵਾ ਨਹੀਂ, ਕੋਈ ਅਸੀਂ ਛੁਪਾ ਨਹੀਂ ਰੱਖਿਆ। ਸੁਨਤ ਦੁਰਗਪਤ ਅਰ ਕੁਤਵਾਲੂ, ਲਖਿਓ ਭੇਦਾ ਬੋਲੇ ਤਤਕਾਲੂ। ਕਹਿੰਦੇ ਕੋਤਵਾਲ ਤੇ ਕਿਲੇ ਵਾਲੇ ਨੇ ਜਦੋਂ ਸਤਿਗੁਰਾਂ ਦਾ ਭੇਦ ਸੁਣਿਆ, ਸਰਕਾਰੀ ਦਸਤਾਵੇਜ਼ ਚਿੱਠੀਆਂ ਵਿੱਚ ਵੀ ਤਿਆਹੀ ਲਿਖਿਆ, ਆਨੰਦਪੁਰ ਦੇ ਵਾਸੀ ਗੁਰੂ ਤੇਗ ਬਹਾਦਰ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਮਾਲਕ। ਉਹਨਾਂ ਇੱਕ ਦੂਜੇ ਨੂੰ ਇਸ਼ਾਰਾ ਕੀਤਾ ਵੀ ਹੁਣ ਆਪਣਾ ਇਨਾਮ ਪੱਕਾ। ਆਖੋ ਸਤਨਾਮ। ਉਹ ਕਿਉਂਕਿ ਜਿਨ੍ਹਾਂ ਨੂੰ ਹਿੰਦੁਸਤਾਨ ਖੋਜਦਾ ਲੱਭਦਾ ਫਿਰਦਾ ਉਹ ਸਾਨੂੰ ਮਿਲ ਗਏ ਨੇ। ਹੁਕਮ ਹਮ ਪਰ ਹਜ਼ਰਤ ਕੇਰਾ, ਪਰਵਾਨਾ ਭੇਜਿਓ ਬਹੁ ਬੇਰਾ। ਪਰ ਹੁਣ ਕਿਲੇ ਵਾਲਾ ਤੇ ਅੰਦਰੋਂ ਨਰਮ ਹੈ, ਕੋਤਵਾਲ ਨਰਮ ਨਹੀਂ ਹਸਨ ਹਲੀ। ਉਹਦੇ ਮਨ ਚ ਤੇ ਲਾਲਚ ਹੈ। ਉਹਨੇ ਵੇਖਿਆ ਵੀ ਐਡੀ ਵੀ ਕਿਹੜੀ ਗੱਲ ਹੈ, ਅਸੀਂ ਕਿਸ ਤਰੀਕੇ ਨਾਲ ਸਤਿਗੁਰਾਂ ਨੂੰ ਫੜ ਸਕਦੇ ਹਾਂ ਤੇ ਬੜੀ ਨਿਮਰਤਾ ਨਾਲ ਬੋਲ ਰਹੇ। ਜਿਹੜਾ ਮਨੁੱਖ ਮਾੜਾ ਹੋਵੇ ਨਾ
ਉਹਨੂੰ ਪੁੱਛਣ ਦੀ ਲੋੜ ਨਹੀਂ ਹੁੰਦੀ ਤੂੰ ਮਾੜਾ ਕੰਮ ਕੀਤਾ ਨਹੀਂ ਕੀਤਾ, ਉਹਦੀ ਤੇ ਸ਼ਕਲੇ ਬੋਲ ਪੈਂਦੀ ਆ ਸਤਨਾਮ। ਇਹਨੇ ਕਿੰਨੇ ਕੁ ਪਾਪੜ ਵੇਲੇ ਹੋਣੇ, ਕਿਹੋ ਜਿਹੀਆਂ ਕਰਤੂਤਾਂ ਹੋਣੀਆਂ। ਪਰ ਇੱਕ ਮਹਾਂਪੁਰਖ ਬੰਦਗੀ ਵਾਲੇ ਜਿਨ੍ਹਾਂ ਦਾ ਪ੍ਰਭਾਵ ਵੇਖ ਕੇ ਅੰਦਰ ਪਿਘਲਿਆ ਤੇ ਫਿਰ ਸਤਿਗੁਰਾਂ ਦੇ ਬਚਨ ਸੁਣੇ, ਸੂਬੇਦਾਰ ਦਾ ਮਨ ਬਦਲ ਗਿਆ, ਉਹ ਬੜਾ ਨਰਮ ਹੋਇਆ, ਗੋਡੇ ਮੋੜ ਕੇ ਬਹਿ ਗਿਆ ਮੂਧੇ ਮਾਰ ਕੇ। ਕਹਿੰਦਾ ਗੁਰੂ ਜੀ ਜੋ ਅਸੀਂ ਕਰਨ ਲੱਗੇ ਆ ਕਰਨਾ ਤਾਂ ਨਹੀਂ ਚਾਹੁੰਦੇ, ਫਰਜ਼ ਹੈ ਸਾਡਾ। ਇਹ ਫਰਜ਼ ਕਿਵੇਂ ਬਣ ਗਿਆ ਜੀ? ਅੱਜ ਦੇ ਲਾਲਚ ਕਰਕੇ ਫਰਜ਼ ਬਣ ਚੁੱਕੇ ਹੈ। ਹਾਂ ਜੀ, ਰਸਤੇ ਦੇ ਵਿੱਚ ਸਿਪਾਹੀਆਂ ਨੂੰ ਨਾ ਦੱਸਦੇ ਤੇ ਨਾ ਆਉਂਦੇ, ਭਾਵੇਂ ਸਤਿਗੁਰ ਲੱਖ ਵਾਰ ਆਉਂਦੇ, ਕੋਈ ਫਰਕ ਨਹੀਂ ਸੀ। ਸਰਕਾਰੀ ਬੰਦਾ ਸਰਕਾਰ ਦੇ ਹੁਕਮਾਂ ਮੁਤਾਬਕ ਜਾ ਕੇ ਆਵੇ ਤੇ ਇਨਕੁਆਰੀ ਨਾ ਕਰੇ, ਮੁੜ ਆਵੇ, ਫਿਰ ਉਹਦਾ ਫਰਜ਼ ਇਹੋ ਜਿਹਾ ਬਣਿਆ ਹੁੰਦਾ, ਉਹ ਤੇ ਮੁਸੀਬਤ ਆ ਸਕਦੀ ਹੈ। ਹਾਂ, ਛੱਡ ਕੇ ਸਤਿਗੁਰਾਂ ਨੂੰ ਚਲੇ ਜਾਣ। ਬਾਦਸ਼ਾਹ ਕੋਲ ਰਿਪੋਰਟ ਜਾਈ ਜੀ ਗੁਰੂ ਤੇਗ ਬਹਾਦਰ ਮਹਾਰਾਜ ਆਏ ਸੀ, ਇਹਨਾਂ ਨੇ ਪਹਿਲਾਂ ਤੇ ਗ੍ਰਿਫਤਾਰ ਕਰਨਾ ਚਾਹਿਆ, ਛੱਡ ਕੇ ਮੁੜ ਆਏ, ਮੁੜ ਕੇ ਗਾਜ ਇਹਨਾਂ ਤੇ ਡਿੱਗ ਪੈਣੀ। ਕਿਉਂ ਛੱਡਿਆ? ਕਹਿੰਦੇ ਮਹਾਰਾਜ ਸਾਡਾ ਇੱਕ ਫਰਜ਼ ਹੈ, ਸਮੇਂ ਦੀ ਹਕੂਮਤ ਔਰੰਗਜ਼ੇਬ ਬੜੇ ਲੰਬੇ ਸਮੇਂ ਤੋਂ ਤੁਹਾਡਾ ਇੰਤਜ਼ਾਰ ਕਰਦਾ ਏ। ਇੱਕ ਹਮ ਪਰ ਹੀ ਨਹੀਂ ਪਠਾਇਓ, ਦੇਸ਼ ਵਿਦੇਸ਼ਨ ਸਭਨ ਜਨਾਇਓ। ਆਪ ਜੀ ਦੇ ਖਿਲਾਫ ਖਤ ਕੱਲਾ ਸਾਡੇ ਕੋਲ ਹੀ ਨਹੀਂ ਆਇਆ, ਹਿੰਦੁਸਤਾਨ ਦੇ ਹਰ ਗਲੀ ਮੁਹੱਲੇ ਪਿੰਡ ਸ਼ਹਿਰ ਦੇ ਵਿੱਚ ਬਾਦਸ਼ਾਹ ਨੇ ਚਿੱਠੀਆਂ ਪਾਈਆਂ, ਜਿੱਥੇ ਵੀ ਸਿੱਖਾਂ ਦੇ ਗੁਰੂ ਤੇਗ ਬਹਾਦਰ ਮਹਾਰਾਜ ਮਿਲਦੇ ਨੇ, ਜਾਂ ਸਾਨੂੰ ਸੁਝਾਅ ਦੇ ਦਿਓ, ਪਤਾ ਦੱਸ ਦਿਓ, ਜਾਂ ਗ੍ਰਿਫਤਾਰ ਕਰਾ ਦਿਓ, ਸਾਨੂੰ ਚਾਹੀਦੇ ਨੇ ਹਰ ਹਾਲ ਵਿੱਚ। ਸਤਿਗੁਰੂ ਜੀ ਹੁਣ ਸਮੇਂ ਦਾ ਬਾਦਸ਼ਾਹ ਔਰੰਗਜ਼ੇਬ ਵੇਖੋ ਸਾਨੂੰ ਕਿੰਨੇ ਖੱਤ ਭੇਜ ਚੁੱਕੀ ਹੈ, ਸਾਡੀ ਇਹ ਜ਼ਿੰਮੇਵਾਰੀ ਹੈ। ਸ੍ਰੀ ਗੁਰੂ ਤੇਗ ਬਹਾਦਰ ਜੋ ਜਿਸ ਕੋ ਜਿਸ ਥਲ ਪ੍ਰਾਪਤ ਹੋ। ਹੁਣ ਬਾਦਸ਼ਾਹ ਦੇ ਸਖਤ ਹੁਕਮ ਤੇ ਇੱਥੋਂ ਤੱਕ ਨੇ ਭਾਈ ਗੁਰੂ ਤੇਗ ਬਹਾਦਰ ਮਹਾਰਾਜ ਜਿਸ ਨੂੰ ਜਿਸ ਵੇਲੇ ਜਿਸ ਥਾਂ ਤੇ ਮਿਲਣ, ਉਹ ਉਸੇ ਵੇਲੇ ਨੇੜੇ ਦੀ ਕੋਤਵਾਲੀ ਵਿੱਚ ਜਾ ਕੇ ਇਤਲਾਹ ਦੇਣਾ। ਕੋਤਵਾਲੀ ਥਾਣਾ ਸਦਰ ਜੋ ਇਲਾਕੇ ਸ਼ਹਿਰ ਦਾ ਹੈ, ਇਤਲਾਹ ਦਿੱਤੀ ਜਾਏ ਮਹਾਰਾਜ ਆ ਥਾਣੇਦਾਰ ਨੂੰ ਇਤਲਾਹ ਮਿਲੀ, ਕਿਸੇ ਨੇ ਦਿੱਤੀ ਕਿ ਮੇਰੇ ਕੋਲ ਚੱਲ ਗਿਆ। ਕਿਉਂਕਿ ਥਾਣੇ ਦੀਆਂ ਰਿਪੋਰਟਾਂ ਇਕੱਲੇ ਥਾਣੇ ਤੱਕ ਸੀਮਿਤ ਨਹੀਂ ਹੁੰਦੀਆਂ, ਥਾਣੇ ਦੀਆਂ ਕਾਰਵਾਈਆਂ ਜੇਲ੍ਹਾਂ ਤੇ ਅਦਾਲਤਾਂ ਤੱਕ ਚੱਲਦੀਆਂ। ਆਖੋ ਸਤਨਾਮ, ਜੇਲ੍ਹਾਂ ਤੇ ਅਦਾਲਤਾਂ ਤੱਕ। ਹੁਣ ਇੱਥੇ ਇਹ ਕੌਣ ਹੈ? ਕੋਤਵਾਲ ਦੇ ਨਾਲ ਆਇਆ, ਜਿਹੜਾ ਕਿਲੇਦਾਰ ਆ ਸੂਬੇ ਵਾਲਾ ਹੈ। ਕਿਲੇ ਦੇ ਵਿੱਚ ਜੇਲ੍ਹ ਬਣੀ ਹੋਈ ਹੈ, ਜਿਸ ਜੇਲ੍ਹ ਦੇ ਵਿੱਚ ਵੱਡੇ ਤੋਂ ਲੈ ਕੇ ਛੋਟਿਆਂ ਨੂੰ ਇਨਸਾਫ ਤੇ ਬੇਇਨਸਾਫੀ ਦੇ ਦਾਇਰੇ ਵਿੱਚ ਬੰਦ ਕੀਤਾ ਹੋਇਆ ਹੈ। ਵੱਡਾ ਸੀ ਕੋਤਵਾਲ ਤੋਂ। ਹੁਣ ਕੋਤਵਾਲ ਕਹਿੰਦਾ ਜੀ ਆਪਾਂ ਨੂੰ ਮਰਦ ਨੂੰ ਲੈ ਕੇ ਜਾਣਾ ਚਾਹੀਦਾ ਹੈ, ਪਰ ਸੂਬੇਦਾਰ ਕਹਿੰਦਾ ਹੈ ਗੁਰੂ ਜੀ ਸਾਡਾ ਫਰਜ਼ ਵੀ ਹੈ, ਅਸੀਂ ਆਪ ਜੀ ਨੂੰ ਹੱਥ ਨਹੀਂ ਲਾਵਾਂਗੇ, ਕਿਉਂਕਿ ਬਾਦਸ਼ਾਹ ਦੇ ਸ਼ਾਹੀ ਹੁਕਮਾਂ ਤੋਂ ਬਗੈਰ ਅਸੀਂ ਕੁਝ ਕਰ ਨਹੀਂ ਸਕਦੇ। ਰੱਖੋ ਟਿਕਾਏ ਖਬਰ ਪਹੁੰਚਾਵੋ, ਖੋਜੋ ਗ੍ਰਾਮ ਨਗਰ ਜਹ ਪਾਵੋ। ਅਸੀਂ ਤੇ ਤੁਹਾਨੂੰ ਆਪਣੀ ਹਵਾਲਾਤ ਵਿੱਚ ਰੱਖਣਾ ਹੈ। ਹਵਾਲਾਤੀ ਤੇ ਬਹੁਤਾ ਕੋਈ ਟੌਰਚਰ ਨਹੀਂ ਕਰ ਸਕਦਾ ਜਿੰਨੀ ਦੇਰ ਤੱਕ ਪਰਚਾ ਦਰਜ ਨਹੀਂ ਹੁੰਦਾ, ਮਾਨਹਾਨੀ ਅਪਰਾਧ ਦਾ ਕੇਸ ਨਹੀਂ ਚੱਲਦਾ, ਉਦੋਂ ਤੱਕ ਕੋਈ ਹੱਥ ਨਹੀਂ ਲਾ ਸਕਦਾ। ਤੇ ਕਹਿਣ ਲੱਗੇ ਗੁਰੂ ਜੀ ਤੁਹਾਨੂੰ ਸਾਡੀ ਗਿਰਫਤ ਵਿੱਚ ਰਹਿਣਾ ਪੈਣਾ ਹੈ, ਰਹੋਗੇ ਤੁਸੀਂ। ਅਸੀਂ ਖਤ ਔਰੰਗਜ਼ੇਬ ਨੂੰ ਭੇਜਾਂਗੇ, ਅਗਲੇ ਹੁਕਮਾਂ ਤੱਕ ਤੁਹਾਨੂੰ ਉੱਥੇ ਹੀ ਰੱਖਿਆ ਜਾਏਗਾ ਕਿਲੇ ਦੇ ਵਿੱਚ, ਕੋਈ ਟੌਰਚਰ ਨਹੀਂ ਹੋਏਗਾ, ਕਿਸੇ ਤਰ੍ਹਾਂ ਦਾ ਕੋਈ ਸਤਕਾਰ ਵਿੱਚ ਵਿਗੜ ਤੇ ਫਰਕ ਨਹੀਂ ਪਾਇਆ ਜਾਏਗਾ। ਸਾਡੀ ਬੇਨਤੀ ਹੈ ਆਪ ਜੀ ਸਾਡੇ ਨਾਲ ਚੱਲੋ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਇਸ਼ਾਰਾ ਕੀਤਾ, ਪਾਓ ਘੋੜਿਆਂ ਦੀਆਂ ਕਾਠੀਆਂ ਤੇ ਕਾਠੀਆਂ, ਤਿਆਰ ਹੋ ਜਾਓ, ਸਾਵਧਾਨ ਹੋ ਜਾਓ। ਪਰ ਇੱਥੇ ਸੂਬੇਦਾਰ ਕਹਿੰਦਾ ਮਹਾਰਾਜ ਜਦੋਂ ਤੱਕ ਖਤ ਨਹੀਂ ਮੁੜਦਾ ਤੁਹਾਨੂੰ ਕਿਲੇ ਵਿੱਚ ਰਹਿਣਾ ਪੈਣਾ ਏ। ਅਬ ਆਗਮਨ ਅਚਾਨਕ ਪਇਓ, ਹਜ਼ਰਤ ਕੋ ਕਾਰਜ ਹੋਏ ਗਇਓ। ਦੇਖੋ ਜੀ ਤੁਹਾਡੇ ਮਿਲਣ ਕਰਕੇ ਬਾਦਸ਼ਾਹ ਦਾ ਕਾਰਜ ਰਸ ਹੋ ਗਿਆ। ਬਾਦਸ਼ਾਹ ਦੀ ਕੋਈ ਸਲਾਹ ਨਹੀਂ ਸੀ ਸਤਿਗੁਰਾਂ ਨੂੰ ਸ਼ਹੀਦ ਕਰਨ ਦੀ, ਸੀਸ ਕੱਟਣ ਦੀ। ਧਿਆਨ ਦਿਓ ਜੀ, ਉਹਨਾਂ ਸਮਿਆਂ ਦੇ ਵਿੱਚ ਹਾਲਾਤ ਜੀ ਏਦਾਂ ਦੇ ਨਹੀਂ ਸੀ ਬਣੇ। ਬਾਦਸ਼ਾਹ ਤੇ ਇਹ ਚਾਹੁੰਦਾ ਸੀ ਵੀ ਗੁਰੂ ਸਾਹਿਬ ਨੇ ਹਿੰਦੂ ਧਰਮ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ, ਹੁਣ ਮਿਲਦੇ ਕਿਉਂ ਨਹੀਂ, ਮੈਨੂੰ ਚਾਹੀਦੇ। ਉਹ ਸਾਹਮਣੇ ਬੁਲਾ ਕੇ ਚਾਹੁੰਦਾ ਸੀ ਜਾਂ ਇਸਲਾਮ ਵਿੱਚ ਆ ਜਾਣ ਜਾਂ ਕਰਾਮਾਤ ਵਿਖਾ ਦੇਣ। ਜੀ ਕਰਾਮਾਤ ਰਾਮ ਰਾਏ ਦੀ ਤਰ੍ਹਾਂ ਵਿਖਾਤੀ
ਫਿਰ ਤੇ ਉਹ ਰੰਗਦੇਵ ਗੁਰੂ ਘਰ ਨਾਲ ਮਿੱਤਰਤਾ ਗੰਢਦਾ। ਰਾਮ ਰਾਏ ਵੀ ਤੇ ਮਿੱਤਰ ਬਣੇ, ਪਰ ਰਾਮ ਰਾਏ ਗੁਰੂ ਘਰ ਜੋਗਾ ਨਹੀਂ ਰਿਹਾ। ਆਖੋ ਸਤਨਾਮ, ਉਹ ਕਰਾਮਾਤਾਂ ਜੋਗਾ ਹੀ ਰਹਿ ਗਿਆ। ਹੁਣ ਇੱਥੇ ਔਰੰਗਜ਼ੇਬ ਬਾਦਸ਼ਾਹ ਦਾ ਹੁਕਮ ਪੜ੍ਹ ਕੇ ਸੁਣਾਇਆ ਗਿਆ, ਸਤਿਗੁਰ ਜੀ ਅਸੀਂ ਤੁਹਾਨੂੰ ਆਪਣੀ ਗ੍ਰਿਫਤਾਰੀ ਤੋਂ ਬਾਹਰ ਜਾਣ ਨਹੀਂ ਦੇ ਸਕਦੇ, ਤੇ ਇਹ ਸਮਝੋ ਅਸੀਂ ਤੁਹਾਨੂੰ ਗ੍ਰਿਫਤਾਰ ਕਰ ਲਿਆ। ਬਸ ਇੰਨੇ ਬਚਨ ਉਹਨਾਂ ਬੋਲ ਕੇ ਆਖੇ, ਮਿਹਰਬਾਨਗੀ ਹਮ ਪਰ ਧਾਰੋ, ਦੁਰਗ ਬਿਖੈ ਡੇਰਾ ਚੱਲ ਡਾਰੋ। ਬਸ ਸਾਡੇ ਤੇ ਇੱਕ ਦਇਆ ਕਰੋ, ਤਰਸ ਕਰੋ, ਮਿਹਰਬਾਨਗੀ ਕਰੋ। ਤੁਸੀਂ ਆਪ ਚੱਲ ਕੇ ਉਸ ਕਿਲੇ ਵਿੱਚ ਡੇਰਾ ਲਾ ਲਓ। ਆਪ ਸਮੇਂ ਦੀਆਂ ਹਕੂਮਤਾਂ ਦੀ ਜ਼ਰੂਰਤ ਨਹੀਂ ਸੀ ਕੋਈ ਸਤਿਗੁਰਾਂ ਨੂੰ ਬਾਹ ਤੋਂ ਫੜ ਕੇ ਗ੍ਰਿਫਤਾਰ ਕਰਕੇ ਅੰਦਰ ਕਰ ਦੇ। ਭਾਵੇਂ ਜਹਾਂਗੀਰ ਸੀ, ਗੁਰੂ ਹਰਗੋਬਿੰਦ ਪਾਤਸ਼ਾਹ ਗਵਾਲੀਅਰ ਦੇ ਕਿਲੇ ਵਿੱਚ ਗਏ, ਆਪਣੀ ਮਰਜ਼ੀ ਨਾਲ ਗਏ। ਵਿਖਾ ਦਿਓ ਸਿੱਖ ਇਤਿਹਾਸ ਪੜ੍ਹ ਕੇ, ਸਾਰਾ ਗੁਰ ਇਤਿਹਾਸ ਪੜ੍ਹ ਕੇ। ਬਾਬਰ ਦੀ ਜੇਲ੍ਹ ਵਿੱਚ ਗਏ, ਗੁਰੂ ਨਾਨਕ ਸਾਹਿਬ ਮਹਾਰਾਜ ਆਪ ਗਏ, ਆਪ ਜਾ ਕੇ ਬੈਠੇ, ਕਹਿੰਦੇ ਗ੍ਰਿਫਤਾਰ ਕਰ ਲੈ ਸਾਨੂੰ। ਗ੍ਰਿਫਤਾਰ ਕਰ ਲਿਆ ਗਿਆ। ਜਦੋਂ ਆਪ ਅੰਦਰ ਗਏ, ਆਪ ਬੈਠੇ ਨੇ। ਅੱਜ ਤੱਕ ਕਿਸੇ ਚ ਜ਼ਰੂਰਤ ਨਹੀਂ ਸੀ ਕੋਈ ਬਾਹ ਫੜ ਕੇ ਕਹੇ ਮਰਦ ਅੰਦਰ ਬੈਠੋ, ਬਾਹਰ ਜਾ ਕੇ ਵਿਖਾ ਦੇ, ਇਹ ਨਹੀਂ ਕੋਈ ਕਰ ਸਕਦਾ। ਗੁਰੂ ਜੀ ਮਿਹਰਬਾਨੀ ਕਰੋ, ਤਰਸ ਕਰੋ ਸਾਡੇ ਤੇ, ਅਸੀਂ ਤੇ ਸਰਕਾਰੀ ਨੁਮਾਇੰਦੇ ਆ, ਸਾਡਾ ਤੇ ਜ਼ੋਰ ਕੋਈ, ਕਿਰਪਾ ਕਰਕੇ ਕਿਲੇ ਵਿੱਚ ਨਾਲ ਚੱਲੋ। ਤੁਰਨ ਸੁਧ ਲਿਖ ਪਠ ਹੈ ਤੁਮਾਰੀ, ਸੁਨ ਹੈ ਸ਼ਾਹੋ ਜਿਮ ਕਰਹਿ ਉਚਾਰੀ। ਤੁਹਾਡੇ ਲਈ ਅਸੀਂ ਬਹੁਤ ਜਲ ਬੜੀ ਛੇਤੀ ਖਤ ਲੈ ਕੇ ਬਾਦਸ਼ਾਹ ਨੂੰ ਭੇਜਾਂਗੇ, ਤਾਂ ਜੋ ਆਪ ਜੀ ਦੀ ਮੁਲਾਕਾਤ ਔਰੰਗਜ਼ੇਬ ਨਾਲ ਹੋ ਜਾਏ। ਹੁਣ ਇਹਨਾਂ ਦੇ ਮਨ ਵਿੱਚ ਸੀ ਲਾਲਚ ਪਹਿਲਾਂ ਤੇ, ਪਰ ਹੁਣ ਇਹ ਚਾਹੁੰਦੇ ਨੇ ਵੀ ਬਾਦਸ਼ਾਹ ਦੀ ਮੁਲਾਕਾਤ ਗੁਰੂ ਸਾਹਿਬ ਨਾਲ ਹੋ ਜੇ। ਸੂਬਾ ਚਾਹੁੰਦਾ ਅੰਦਰੋਂ, ਹੋ ਸਕਦਾ ਬਾਦਸ਼ਾਹ ਦੀ ਮੱਤ ਵੀ ਬਦਲ ਜੇ। ਆਖੋ ਸਤਨਾਮ। ਦੇਖੋ ਜੀ ਇਨਸਾਨ ਦਾ ਫਰਕ ਹੈ। ਇੱਕ ਤੇ ਮੈਡਲ ਲੈਣ ਵਾਸਤੇ ਕੋਤਵਾਲ ਭੱਜਿਆ ਫਿਰਦਾ ਥਾਣੇਦਾਰ, ਤੇ ਦੂਜਾ ਸੋਚਦਾ ਚਲੋ ਬਹਾਨੇ ਨਾਲ ਸੇਵਾ ਮਿਲ ਜੇਗੀ, ਕਿਉਂਕਿ ਹੁਣ ਗੱਲ ਸਾਡੇ ਹੱਥ ਨਹੀਂ, ਹੁਣ ਗੱਲ ਉੱਪਰ ਚਲੇ ਗਈ। ਗੁਰੂ ਸਾਹਿਬ ਜਾਣਨ ਜਾਂ ਬਾਦਸ਼ਾਹ ਜਾਣੇ, ਵਿੱਚ ਵਾਲਿਆਂ ਦੇ ਤੇ ਫਰਜ਼ ਹਨ। ਹੋਏ ਹੈ ਤਥਾ ਕੇ ਨਿਕਟ ਬੁਲਾਵੇ, ਕਹਿ ਲਿਖ ਕਰ ਤੁਮ ਕੋ ਛੁਟਕਾਵੇ। ਸਤਿਗੁਰ ਦੀ ਦੋ ਗੱਲਾਂ ਦੀ ਉਮੀਦ ਹੈ। ਜਦ ਤੇ ਬਾਦਸ਼ਾਹ ਕਹੇਗਾ ਅਦਬ ਸਤਕਾਰ ਸਹਿਤ ਗੁਰੂ ਜੀ ਨੂੰ ਮੇਰੇ ਕੋਲ ਲੈ ਆਓ, ਮੈਂ ਦਰਸ਼ਨ ਕਰਨੇ ਚਾਹੁੰਦਾ, ਮੁਲਾਕਾਤ ਕਰਾ ਦਿਓ, ਜਾਂ ਆਖੇਗਾ ਭਾਈ ਸਤਿਗੁਰਾਂ ਨੂੰ ਛੱਡ ਦਿੱਤਾ ਜਾਏ। ਮਰਦ ਜੀ ਬਾਦਸ਼ਾਹ ਨੇ ਹੁਕਮ ਕਰ ਦਿੱਤਾ ਨਾ ਵੀ ਤੁਹਾਨੂੰ ਛੱਡ ਦੋ, ਅਸੀਂ ਤੁਹਾਨੂੰ ਕਿਲੇ ਦਾ ਦਰਵਾਜ਼ਾ ਖੋਲ ਕੇ ਬਾਇੱਜ਼ਤ ਬਰੀ ਕਰ ਦਿਆਂਗੇ। ਜੇ ਬਾਦਸ਼ਾਹ ਨੇ ਕਿਹਾ ਵੀ ਤੁਹਾਡੀ ਲੋੜ ਉਹਨਾਂ ਨੂੰ ਹੈ, ਅਸੀਂ ਅਦਬ ਸਤਕਾਰ ਸਹਿਤ ਦਿੱਲੀ ਛੱਡ ਆਵਾਂਗੇ। ਕਹਿਓ ਤੁਮ ਗਹੋ ਆਦ ਇਸ ਬਾਤ, ਜੇ ਹਮ ਕਹੋ ਬੁਝੋ ਬਿਰਤਾਂਤ। ਪਰ ਸਤਿਗੁਰ ਦੀ ਜੇ ਆਪ ਸਾਡੇ ਤੋਂ ਗ੍ਰਿਫਤਾਰੀ ਦਾ ਕਾਰਨ ਪੁੱਛੋ, ਸੂਬਾ ਕਹਿੰਦਾ ਮਰਜ ਇਹਦੇ ਲਈ ਸਾਡੇ ਕੋਲ ਕੋਈ ਜਵਾਬ ਨਹੀਂ। ਆਖੋ ਸਤਨਾਮ। ਨੌਕਰ ਦਾ ਕੰਮ ਕੀ ਹੁੰਦਾ ਹੈ? ਨੌਕਰੀ ਕਰਨਾ, ਸਵਾਲ ਜਵਾਬ ਨਹੀਂ ਕਰੀਦੇ ਹੁੰਦੇ। ਜਿਹੜਾ ਹੈ ਨੌਕਰ, ਨੌਕਰ ਦੀ ਔਕਾਤ ਕੀ? ਅਫਸਰ ਅੱਗੇ ਬੋਲਦੇ, ਅੰਦਰ ਮਾਲਕ ਅੱਗੇ ਬੋਲਦੇ। ਗੁਰੂ ਜੀ ਸਾਨੂੰ ਤੇ ਹੁਕਮ ਆਇਆ ਸੀ, ਖੱਤ ਆਏ ਸੀ, ਥਾਣੇ ਦੀ ਕਾਰਵਾਈ ਦੇ ਅਧੀਨ ਅਸੀਂ ਆਪ ਜੀ ਨੂੰ ਗ੍ਰਿਫਤਾਰ ਕਰਨ ਲੱਗੇ ਆ, ਸਾਡੇ ਕੋਲ ਕੋਈ ਜਵਾਬ ਨਹੀਂ, ਅਸੀਂ ਤੁਹਾਨੂੰ ਕਿਉਂ ਗ੍ਰਿਫਤਾਰ ਕਰ ਰਹੇ ਆ, ਨਾ ਸਾਨੂੰ ਇਹਦੇ ਵਿੱਚ ਲਾਭ ਹੈ ਕੋਈ। ਸੂਬਾ ਤੇ ਇੱਕਦਮ ਪਿੱਛੇ ਹਟ ਗਿਆ ਵੀ ਮੈਂ ਐਸੇ ਮਹਾਂਪੁਰਖਾਂ ਤੇ ਕਹਿਰ ਢਾ ਕੇ ਕਿਹੜਾ ਸੁੱਖ ਪਾਵਾਂਗਾ। ਹਮ ਤੇ ਉਤਰ ਲਹੋ ਨਾ ਕੋਈ, ਜਨ ਹੈ ਹਜਰਤ ਕਰਹਿ ਸੋਈ। ਗੁਰੂ ਜੀ ਆਪ ਜੀ ਤੇ ਬਾਦਸ਼ਾਹ ਗੱਲ ਦੋਨਾਂ ਦੀ ਹੈ, ਸਾਡੇ ਕੋਲ ਇਸ ਗੱਲ ਦਾ ਨਾ ਤੇ ਜਵਾਬ ਹੈ, ਕੋਈ ਨਾ ਉੱਤਰ ਹੈ, ਕੋਈ ਨਾ ਅਸੀਂ ਕੁਝ ਕਹਿਣਾ ਚਾਹੁੰਦੇ ਆ, ਨਾ ਕੁਝ ਆਖਾਂਗੇ ਤੁਹਾਨੂੰ, ਸਾਡਾ ਤੇ ਕਸੂਰ ਹੀ ਨਹੀਂ ਕੋਈ। ਗੁਰੂ ਤੇਗ ਬਹਾਦਰ ਸਾਹਿਬ ਜੀ ਸੁਣਦੇ ਰਹੇ। ਮਰਦ ਕਹਿੰਦੇ ਭਾਈ ਠੀਕ ਹੈ, ਅਸੀਂ ਹੀ ਪੁੱਛਣਾ ਪੈਂਦਾ। ਅੱਜ ਦੇ ਸਮੇਂ ਪੁਲਿਸ ਕਿਸੇ ਨੂੰ ਅਰੈਸਟ ਕਰਨ ਆਉਂਦੀ ਹੈ, ਬੰਦਾ ਪਹਿਲਾਂ ਪੁੱਛਦਾ ਅਰੈਸਟ ਵਾਰੰਟ ਵਿਖਾ ਕਿੱਥੇ, ਕਿਉਂ ਕਰਦਾ ਗ੍ਰਿਫਤਾਰ, ਗੱਲ ਕੀ ਹੈ। ਪਰ ਜੇ ਕੋਈ ਵੱਡਾ ਬੰਦਾ ਹੋਵੇ, ਆਉਣ ਵਾਲੇ ਪੁਲਿਸ ਵਾਲੇ ਇੱਕੋ ਗੱਲ ਕਹਿੰਦੇ, ਇਹ ਗੱਲ ਅਸੀਂ ਨਹੀਂ ਜਾਣਦੇ ਜੀ, ਥਾਣੇਦਾਰ ਸਾਹਿਬ DSP ਸਾਹਿਬ ਜਾਣਦੇ, ਉਹਨਾਂ ਨੂੰ ਪੁੱਛ ਲਓ, ਸਾਨੂੰ ਨਹੀਂ ਪਤਾ। ਕਈ ਵਾਰ ਕਾਰਨ ਦੱਸਣਾ ਵੀ ਪੈਂਦਾ ਹੈ। ਪਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਅਸੀਂ ਤੁਹਾਡਾ ਸਤਿਕਾਰ ਕਰਦੇ ਹਾਂ, ਜੇ ਤੁਸੀਂ ਜਵਾਬ ਨਹੀਂ ਦੇਣਾ ਚਾਹੁੰਦੇ ਅਸੀਂ ਪੁੱਛ ਕੇ ਲੈਣਾ ਕੀ ਹੈ। ਕਹਿਣ ਸੁਣਨ ਕੀ ਚਾਹੇ ਨਾ ਰੱਖੋ,
ਚਲਵੇ ਦੁਰਗ ਬਿਖੈ ਅਬਿਲਖ। ਗੁਰੂ ਜੀ ਨੇ ਵੀ ਜਵਾਬ ਦੇਤਾ, ਨਾ ਅਸੀਂ ਕੁਝ ਪੁੱਛਣਾ ਚਾਹੁੰਦੇ ਆ, ਨਾ ਕੁਝ ਦੱਸਣਾ ਚਾਹੁੰਦੇ ਆ, ਭਾਈ ਸਾਡੀ ਤੇ ਦਿਲ ਦੀ ਹੋ ਗਈ ਆਖ ਸਤਨਾਮ। ਆਈ ਤੇ ਖੇਡ ਵਰਤਾਉਂਦੇ ਸੀ ਮਹਾਰਾਜ, ਕੀ ਲੋੜ ਸੀ ਆਜੜੀ ਭੇਜਣ ਦੀ। ਆਜੜੀ ਨੂੰ ਕੀਮਤੀ ਬਸਤਰ ਦਿੱਤਾ, ਸੋਨੇ ਦੀ ਛਾਪ ਹੀਰੇ ਵਾਲੀ ਦਿੱਤੀ। ਜੇ ਖਾਣੇ ਦੀ ਭੁੱਖ ਲੱਗੀ ਹੁੰਦੀ, ਭੋਜਨ ਦੀ ਲੋੜ ਹੁੰਦੀ, ਸਤਿਗੁਰੇ ਆਪਣਾ ਸਿੱਖ ਭੇਜਦੇ। ਜੀਂਦ ਵੀ ਭੇਜਿਆ, ਖਟਕੜ ਕਲਾ ਦੇ ਵਿੱਚ ਵੀ ਮਰਦ ਨੇ ਭੇਜਿਆ, ਥਾਂ ਥਾਂ ਤੇ ਮਰਦ ਸਿੱਖਾਂ ਨੂੰ ਭੇਜ ਕੇ ਭੋਜਨ ਮੰਗਾ ਲੈਂਦੇ ਸੀ ਬਾਜ਼ਾਰ ਚੋਂ। ਇਹ ਸਿਰਫ ਇੱਕ ਖੇਡ ਵਰਤਾਈ ਸੀ, ਆਜੜੀ ਫਸੇਗਾ ਤੇ ਉਹ ਸਾਡਾ ਭੇਜ ਜਾ ਕੇ ਦੇਗਾ, ਗੁਰੂ ਜੀ ਬਾਗ ਵਿੱਚ ਬੈਠੇ ਜਾਓ। ਵੈਸੇ ਤੇ ਕੋਈ ਹਿੰਮਤ ਹੀ ਨਹੀਂ ਸੀ ਕਰਦਾ ਫੜਨ ਦੀ। ਗੁਰੂ ਜੀ ਬੜੇ ਖੁਸ਼ ਨੇ, ਬੜੇ ਪ੍ਰਸੰਨ ਨੇ, ਚਿਹਰੇ ਤੇ ਮੁਸਕਰਾਹਟ ਹੈ। ਸ੍ਰੀ ਗੁਰਬੀਰ ਧੀਰ ਗੰਭੀਰ ਚੜ੍ਹਵੇ ਤੁਰੰਗਮ ਗਾਇਓ ਤੀਰਾ। ਸਤਿਗੁਰਾਂ ਨੇ ਭਾਈ ਮਤੀ ਦਾਸ ਜੀ ਨੂੰ ਆਖਿਆ, ਗੁਰਮੁਖਾ ਘੋੜਾ ਖੋਲ ਲਿਆ, ਚੱਲੀਏ। ਗ੍ਰਿਫਤਾਰੀ ਦੁਨੀਆ ਦੀ ਐਸੀ ਹੁੰਦੀ, ਜ਼ਮਾਨੇ ਦੀ ਗ੍ਰਿਫਤਾਰੀ ਦੇ ਵਿੱਚ ਤੁਸੀਂ ਆਪਣੀ ਗੱਡੀ 'ਚ ਨਹੀਂ ਬਹਿ ਸਕਦੇ। ਜਿਹੜੇ ਲੈਣ ਆਏ ਨੇ ਉਹਨਾਂ ਦੇ ਬੰਬੂ ਕਾਰਡ 'ਚ ਚੜ੍ਹਨਾ ਪੈਂਦਾ, ਸਤਨਾਮ, ਉਹਨਾਂ ਨਾਲ ਹੀ ਜਾਣਾ ਪੈਂਦਾ। ਜਿਹੋ ਜਿਹੇ ਕੱਪੜੇ ਪਾਏ ਨੇ, ਸਪੈਸ਼ਲ ਡਰੈਸ ਵੀ ਨਹੀਂ ਪਾ ਸਕਦੇ। ਪਰ ਮੇਰੇ ਸਤਿਗੁਰ ਵੇਖੋ, ਸਿੱਖੋ ਘੋੜਾ ਲੈ ਕੇ ਆਓ। ਭਾਈ ਮਤੀ ਦਾਸ ਬਾਗ ਚੋਂ ਸਤਿਗੁਰਾਂ ਦਾ ਘੋੜਾ ਖੋਲ ਕੇ ਲੈ ਕੇ ਆਏ। ਮਰਦ ਘੋੜੇ ਤੇ ਸਵਾਰ ਹੋ ਗਏ। ਪੰਜੇ ਸਿੱਖਾਂ ਨੂੰ ਕਹਿੰਦੇ, ਆਓ ਚੱਲੀਏ। ਭਾਈ ਗੁਰਦਿੱਤਾ ਪੁੱਛਦੇ, ਮਰਦ ਕਿੱਥੇ? ਗੁਰੂ ਜੀ ਕਹਿੰਦੇ, ਹੁਣ ਆਪਣੇ ਟਿਕਾਣੇ ਆਪਾਂ ਆਪ ਜਾਣਾ। ਸਤਨਾਮ, ਟਿਕਾਣਾ ਕਿਹੜਾ ਹੈ? ਕਿਲਾ, ਜੇਲ੍ਹ ਦੀਆਂ ਕਾਲ ਕੋਠੜੀਆਂ। ਹੁਣ ਇੱਥੇ ਧੱਕਾ ਤਾਂ ਨਹੀਂ ਹੋਇਆ? ਮਰਦ ਚਾਉਣ ਇੱਕ ਕਿਰਪਾਨ ਦੇ ਝਟਕੇ ਦੇ ਨਾਲ ਝਟਕਾ ਦੇਣ ਸਾਰਿਆਂ ਨੂੰ। ਐਵੇਂ ਨਾਮ ਤੇਗ ਬਹਾਦਰ ਨਹੀਂ ਸੀ। ਇਤਿਹਾਸ ਵਿੱਚ ਸੁਣਿਆ, ਸਤਿਗੁਰਾਂ ਵਰਗੇ ਵੈਰਾਗੀ, ਸਤਿਗੁਰਾਂ ਵਰਗੇ ਸ਼ਰੀਫ ਕੋਈ ਨਹੀਂ ਸੀ। ਪਰ 4 ਜੰਗ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੜ੍ਹ ਕੇ ਵੇਖੋ, ਗੁਰੂ ਤੇਗ ਬਹਾਦਰ ਸਾਹਿਬ ਜੀ ਵਰਗਾ ਤੀਰਾਂ ਤੇ ਤਲਵਾਰਾਂ ਦਾ ਧਨੀ ਵੀ ਕੋਈ ਹੋਰ ਨਹੀਂ। ਜੇ ਕਿਰਪਾਨ ਚੱਕ ਕੇ ਦੁਸ਼ਮਣ ਦੇ ਸਾਹਮਣੇ ਜਾਂਦੇ ਸੀ ਨਾ, ਛੋਟੀ ਉਮਰੇ ਕਈ ਹਜ਼ਾਰ ਦੇ ਟੁਕੜੇ ਕਰਕੇ ਪਾਣੀ ਨਹੀਂ ਸੀ ਮੰਗਣ ਦਿੰਦੇ। ਨਹੀਂ, ਹਥਿਆਰ ਚੁੱਕਿਆ। ਚਲੋ ਸਿੱਖੋ ਚੱਲੀਏ। ਘੋੜੇ ਤੇ ਸਵਾਰ ਹੋਏ। ਕੋਤਵਾਲ ਤੇ ਸੂਬੇਦਾਰ ਉਹ ਵੀ ਨਾਲ ਚੱਲ ਪਏ। ਭਏ ਅਰੂੜ ਬਾਗ ਤੇ ਚਾਲੇ, ਪੰਜ ਹੋ ਸਿੱਖ ਭਈ ਚੜ ਨਾਲੇ। ਜਦੋਂ 5 ਸਿੱਖ ਤੇ ਸਤਿਗੁਰ ਜੀ ਘੋੜੇ ਤੇ ਸਵਾਰ ਹੋ ਕੇ ਦਰਵਾਜ਼ੇ ਤੋਂ ਬਾਹਰ ਨਿਕਲੇ, ਵੇਖ ਕੇ ਸਿੱਖ ਹੈਰਾਨ ਹੋ ਗਏ। ਆਸੇ ਪਾਸੇ ਫੋਰਸ ਲੱਗੀ ਹੋਈ ਹੈ। 400 ਸਿਪਾਹੀ ਮੱਖੀਆਂ ਵਾਂਗ ਇਕੱਠਾ ਹੋ ਗਿਆ। ਬੜੀ ਵੱਡੀ ਸਿਕਿਉਰਿਟੀ ਹੈ। ਹੁਣ ਉਸ ਵੇਲੇ ਕਿਲੇਦਾਰ ਕਹਿੰਦਾ, ਮਹਾਰਾਜ ਸਾਡੇ ਪਿੱਛੇ ਪਿੱਛੇ ਆਈ ਚੱਲਿਓ, ਅਸੀਂ ਤੁਹਾਡੇ ਨਾਲ ਜਾਣਾ ਹੈ। ਹੁਣ ਸਿੱਖ ਵੀ ਜਾਣਦੇ ਨੇ ਵੀ ਘੇਰਾ ਇੰਨਾ ਤੰਗ ਹੋ ਗਿਆ, ਇੱਥੋਂ ਤੇ ਜਾਣ ਕੇ ਕੋਈ ਭੱਜ ਵੀ ਨਹੀਂ ਸਕਦਾ। 5-6 ਵਿਅਕਤੀਆਂ ਨੂੰ 400 ਬੰਦਿਆਂ ਨੇ ਘੇਰਾ ਪਾਇਆ ਹੋਇਆ, ਹਥਿਆਰ ਬੰਦ, ਜੋ ਗੋਲੀ ਚਲਾ ਸਕਦੇ। ਡਰਦੇ ਕੋਈ ਨਹੀਂ ਮਰਦ ਨੂੰ। ਜੇ ਦਸ਼ਮੇਸ਼ ਪਿਤਾ ਤਾੜੀ ਮਾਰ ਕੇ 10 ਲੱਖ ਦੇ ਇਕੱਠ ਨੂੰ ਚੀਰ ਕੇ ਜਾ ਸਕਦੇ ਨੇ, ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਵਾਸਤੇ ਤੇ 400 ਹੈ ਕੁਝ ਨਹੀਂ। ਪਰ ਇਹ ਗ੍ਰਿਫਤਾਰੀ ਸਤਿਗੁਰਾਂ ਨੇ ਆਪ ਦਿੱਤੀ ਹੈ। ਯਾਦ ਰਹੇ, ਕੋਈ ਸਤਿਗੁਰਾਂ ਨੂੰ ਸ਼ਹੀਦ ਕਰਨ ਵਾਲਾ ਜੰਮਿਆ ਸੀ, ਕੋਈ ਗ੍ਰਿਫਤਾਰ ਕਰਨ ਵਾਲਾ ਨਹੀਂ ਸੀ ਜੰਮਿਆ। ਇਤਿਹਾਸ ਦੇ ਪੰਨਿਆਂ ਤੇ ਝਾਤ ਮਾਰੋ, ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਕੌਣ ਗਿਆ ਸੀ ਗ੍ਰਿਫਤਾਰ ਕਰਨ? ਗਿਆ ਸੀ ਕੋਈ? ਪਿੱਛੇ ਕਥਾ ਸੁਣੀ ਤੁਸੀਂ ਸਾਰੀ। ਸਤਿਗੁਰ ਚੱਲ ਕੇ ਚੰਦੂ ਦੇ ਘਰ ਆਪ ਗਏ। ਆਖੋ ਸਤਨਾਮ। ਜਹਾਂਗੀਰ ਬਾਦਸ਼ਾਹ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਧੋਖੇ ਨਾਲ ਕੈਦ ਕੀਤਾ ਗਵਾਲੀਅਰ ਦੇ ਕਿਲੇ 'ਚ। ਉੱਥੇ ਕੋਈ ਅਰੈਸਟ ਵਾਰੰਟ ਨਹੀਂ ਸੀ। ਮਹਾਰਾਜ ਆਪ ਚੱਲ ਕੇ ਗਏ, ਆਪ। ਬਸ ਫਰਕ ਹੀ ਨਹੀਂ ਸੀ, ਬਾਦਸ਼ਾਹ ਚਾਹੁੰਦਾ ਸੀ ਗੁਰੂ ਸਾਹਿਬ ਕਿਲੇ ਤੋਂ ਬਾਹਰ ਨਾ ਹੁਣ ਬੈਠੇ ਰਹਿਣ। ਆਏ ਵੀ ਮਰਜ਼ੀ ਨਾਲ, ਗਏ ਮਰਜ਼ੀ ਨਾਲ। ਉਹੀ ਇਤਿਹਾਸ ਗਵਾਹੀ ਭਰਦਾ, ਗੁਰੂ ਤੇਗ ਬਹਾਦਰ ਮਹਾਰਾਜ ਆਪ ਚੱਲ ਪਏ। ਹੁਣ ਆਗਰੇ ਦੇ ਕਿਲੇ ਵਿੱਚ ਮਰਦ ਜਾ ਰਹੇ ਨੇ, ਜੋ ਤਾਜ ਮਹਿਲ ਦੇ ਬਿਲਕੁਲ ਕਰੀਬ ਹੈ। ਉਹ ਕਿਲਾ ਸੀ ਔਰੰਗਜ਼ੇਬ ਬਾਦਸ਼ਾਹ ਦਾ। ਗੁਰੂ ਤੇਗ ਬਹਾਦਰ ਮਹਾਰਾਜ ਹੌਲੀ ਹੌਲੀ ਘੇਰੇ ਦੇ ਵਿੱਚ ਕਿਲੇ ਦੇ ਦਰਵਾਜ਼ੇ ਤੇ ਆ ਗਏ। ਸੰਗ ਦੁਰਗਪਤ ਅਰ ਕੁਤਵਾਲ, ਪਿੱਛੇ ਚੜੇ ਜਾਹੇ ਗੁਰੂ ਨਾਲ। ਸਤਿਗੁਰਾਂ ਦੇ ਨਾਲ ਨਾਲ 5 ਸਿੱਖ ਜਾਂਦੇ ਗੱਲਾਂ ਕਰਦੇ ਨੇ। ਕਹਿੰਦੇ ਕਦੇ ਸੋਚਿਆ ਵੀ ਨਹੀਂ ਸੀ, ਦਿਲ 'ਚ ਖਿਆਲ ਵੀ ਨਹੀਂ ਸੀ ਆਇਆ, ਆ ਹਾਲ ਵੀ ਸਾਡੇ ਸੱਜਣਾ ਨੇ ਸਾਡੇ ਬਣਾ ਦੇਣੇ। ਨਹੀਂ ਕੁਝ ਪਤਾ। ਪਰ ਗੁਰੂ ਤੇਗ ਬਹਾਦਰ ਮਹਾਰਾਜ ਕਿਸੇ ਗੱਲ ਦਾ ਜਵਾਬ ਨਹੀਂ ਦੇ ਰਹੇ, ਕਿਉਂਕਿ ਸਿੱਖ ਸਤਿਗੁਰਾਂ ਦਾ ਸਤਿਕਾਰ ਕਰਦੇ ਨੇ। ਮਹਾਰਾਜ ਜੋ ਕਰ ਰਹੇ ਨੇ ਭਲਾ ਕਰਦੇ ਨੇ, ਦੁਨੀਆ ਦੇ ਲਈ ਕਰਦੇ ਨੇ।
ਕੋਤਵਾਲ ਦੀ ਜ਼ਰੂਰਤ ਨਹੀਂ ਸੀ ਥਾਣੇਦਾਰ ਦੀ ਤੇ ਸੂਬੇਦਾਰ ਦੀ। ਉਹ ਸਤਿਗੁਰਾਂ ਨੂੰ ਕੋਈ ਗੱਲ ਕਹੇ ਦੇ। ਮਰਦ ਦੇ ਜਾਣ ਤੋਂ ਪਹਿਲਾਂ ਉਹਨਾਂ ਨੇ ਇੱਕ ਤਖਤ ਵੀ ਲਾਇਆ ਹੋਇਆ ਜੇਲ੍ਹ ਦੇ ਵਿੱਚ। ਚੰਗੀਆਂ ਸਹੂਲਤਾਂ ਵੀ ਰੱਖੀਆਂ ਨੇ, ਕਿਉਂਕਿ ਬਾਦਸ਼ਾਹ ਨੇ ਸਿਰਫ ਸਤਿਗੁਰਾਂ ਨੂੰ ਬੁਲਾਇਆ। ਹੋ ਸਕਦਾ ਹੈ ਬਾਦਸ਼ਾਹ ਮਰਦ ਨੂੰ ਮਹਿਮਾਨਵਾਜੀ ਵਜੋਂ ਬੁਲਾ ਲਏ। ਉਹ ਰਾਜਾ ਹੈ, ਗੁਰੂ ਘਰ ਦਾ ਪਹਿਲੇ ਦਿਨਾਂ ਤੋਂ ਇਹਨਾਂ ਸਤਿਕਾਰ ਵੀ ਕੀਤਾ ਤੇ ਪੰਗੇ ਵੀ ਲੈਂਦੇ ਰਹੇ। ਦੋਈ ਗੱਲਾਂ ਨਾਲ ਚੱਲਦੀਆਂ ਆਈਆਂ। ਹੁਣ ਅਕਬਰ ਬਾਦਸ਼ਾਹ ਤੋਂ ਵੱਡਾ ਕੋਈ ਸ਼ਰਧਾਲੂ ਗੁਰੂ ਘਰ ਦਾ ਹੈ? ਵੀਰ ਵਾਲੇ ਗੁਰੂ ਘਰ ਦੇ ਨਾਲ ਪੰਗਾ ਲਿਆ ਤੇ ਕੁੱਤੇ ਦੀ ਮੌਤ ਮਰ ਗਈ। ਤੇ ਅਕਬਰ ਬਾਦਸ਼ਾਹ ਮੁਸਲਮਾਨਾਂ ਦਾ ਇਤਿਹਾਸ ਪੜ੍ਹ ਕੇ ਵੇਖੋ, ਇੰਨਾ ਨਾਈਸ ਪਰਸਨ ਸੀ, ਇੰਨਾ ਚੰਗਾ ਬੰਦਾ ਸੀ। ਉਹ ਗੋਇੰਦਵਾਲ ਸਾਹਿਬ ਆਪ ਨੰਗੇ ਪੈਰ ਚੱਲ ਕੇ ਆਉਂਦਾ ਤੇ ਗੁਰੂ ਕੇ ਲੰਗਰਾਂ ਵਿੱਚ ਬਹਿ ਕੇ ਖਿਚੜੀ ਖਾ ਕੇ ਜਾਂਦਾ। ਕਹਿੰਦਾ ਸਤਿਗੁਰ ਜੀ, ਜ਼ਿੰਦਗੀ ਬਤੀਤ ਹੋ ਗਈ ਦੁਨੀਆ ਦੇ ਜੁਮਲੇ ਸੁਣਦੇ ਆ, ਜਿੰਨਾ ਆਨੰਦ ਤੁਹਾਡੇ ਬਚਨਾਂ ਤੋਂ ਤੇ ਜਿੰਨਾ ਆਨੰਦ ਤੁਹਾਡੇ ਭੋਜਨ ਚੋਂ ਆਇਆ, ਨਾ ਕਦੇ ਰਸ ਪਹਿਲਾਂ ਸੀ ਤੇ ਨਾ ਕਦੇ ਆਉਣਾ। ਆਖੋ ਸਤਨਾਮ। ਅਕਬਰ ਬਾਦਸ਼ਾਹ ਗੁਰੂ ਅਮਰਦਾਸ ਪਾਤਸ਼ਾਹ ਦਾ ਸਿੱਖ ਬਣਿਆ। ਫਿਰ ਆਉਣ ਵਾਲੇ ਸਮੇਂ 'ਚ ਔਰੰਗਜ਼ੇਬ ਦਾ ਪੁੱਤ ਬਹਾਦਰ ਸ਼ਾਹ, ਉਹ ਵੀ ਤੇ ਦਸ਼ਮੇਸ਼ ਪਿਤਾ ਦਾ ਸਿੱਖ ਹੈ। ਉਹਨੇ ਵੀ ਤੇ ਸਿੱਖੀ ਧਾਰਨ ਕੀਤੀ ਹੈ। ਭਾਵੇਂ ਪਿਤਾ ਕਸਾਈ ਸੀ, ਪਿਤਾ ਦੁਸ਼ਟ ਸੀ, ਇਹਨਾਂ ਗੱਲਾਂ ਦਾ ਕੋਈ ਬਹੁਤਾ ਵੱਡਾ ਅਹਿਮੀਅਤ ਵਾਲਾ ਪਰਚਾ ਨਹੀਂ ਹੁੰਦਾ। ਜ਼ਰੂਰੀ ਨਹੀਂ ਹੁੰਦਾ ਜੋ ਪਿਤਾ ਦਾ ਸੁਭਾਅ ਪੁੱਤ ਦਾ ਹੋਏਗਾ। ਹਰਨਾਕਸ਼ ਦੁਸ਼ਟ ਸੀ, ਪ੍ਰਹਿਲਾਦ ਪੁੱਤ ਭਗਤ ਸੀ। ਇਹ ਨਹੀਂ ਹੁੰਦਾ ਵੀ ਜਿਹੋ ਜਿਹੇ ਮਾਂ-ਬਾਪ ਤੇ ਬੱਚੇ ਵੀ ਕਈ ਵਾਰ ਉਹੋ ਜਿਹੇ ਹੁੰਦੇ। ਇੱਥੇ ਗੁਰੂ ਤੇਗ ਬਹਾਦਰ ਮਹਾਰਾਜ ਕਿਲੇ ਵਿੱਚ ਪ੍ਰਵੇਸ਼ ਹੋਏ। ਜਿੱਧਰ ਸਤਿਗੁਰ ਜਾਂਦੇ ਨੇ ਹਥਿਆਰ ਸਲਾਮੀ ਦੇ ਰਹੇ ਨੇ, ਝੁਕ ਰਹੇ। ਪਰ ਸਿੱਖ ਬੜੇ ਨਿਰਾਸ਼ ਨੇ ਅੰਦਰੋਂ। ਸਾਡੇ ਨਾਲ ਹੋ ਕੀ ਗਿਆ? ਐ ਅਸਵਾਰ ਚਾਰ ਸਹਿਜੋਈ, ਚਾਰੋ ਦੇਸ਼ ਹਵੈ ਗਮਨੇ ਸੋਈ। ਭਾਵੇਂ ਦੁੱਖ ਨਹੀਂ ਕੋਈ, ਗਮ ਨਹੀਂ ਕੋਈ, 400 ਅਸਵਾਰਾਂ ਨੇ ਘੇਰਾ ਪਾਇਆ। ਗੁਲਾਮੀ ਤੇ ਗੁਲਾਮੀ ਹੋਇਆ ਜੀ। ਜੇਲਾਂ ਦੇ ਵਿੱਚ ਲੱਖ ਸਰਕਾਰ ਸਹੂਲਤਾਂ ਦਈ ਜਾਏ, ਕੈਦੀ ਦੀ ਜ਼ਿੰਦਗੀ ਕੈਦ ਤੋਂ ਬਿਨਾਂ ਕੁਝ ਵੀ ਨਹੀਂ। ਆਖੋ ਸਤਨਾਮ। ਕੁਝ ਵੀ ਨਹੀਂ। ਭਾਵੇਂ ਐਲਈਡੀਆਂ ਲੱਗੀਆਂ, ਹੁਣ ਏਸੀ ਵੀ ਲਾ ਲੈ, ਜੇਲ੍ਹ ਤੇ ਜੇਲ੍ਹ ਹੀ ਇਹਨਾਂ ਦੀ। ਹੁਣ ਕਿਲੇ ਵਿੱਚ ਸਤਿਗੁਰੇ ਆਏ ਨੇ, ਮਰਜ਼ੀ ਨਾਲ ਬਾਹਰ ਨਹੀਂ ਜਾ ਸਕਦੇ। ਕੋਤਵਾਲ ਨੇ ਬੇਨਤੀ ਕਰ ਦਿੱਤੀ ਹੈ। ਸੂਬੇਦਾਰ ਕਹਿੰਦਾ ਗੁਰੂ ਜੀ, ਮੈਂ ਖੱਤ ਦਿੱਲੀ ਭੇਜ ਦਿਆਂ, ਔਰੰਗਜ਼ੇਬ ਬਾਦਸ਼ਾਹ ਦਾ ਜੋ ਜਵਾਬ ਹੋਏਗਾ, ਰਿਪਲਾਈ ਹੋਏਗਾ, ਉਸ ਦੇ ਅਧੀਨ ਕਾਰਵਾਈ ਕੀਤੀ ਜਾਏਗੀ। ਸਨੇ ਸਨੇ ਚੱਲ ਪੰਥ ਮਜਾਰੀ, ਜਾਏ ਪਰਵੇਸ਼ੇ ਦੁਰਗਮ ਜਾਰੀ। ਇਸ ਕਿਲੇ 'ਚ ਜਦੋਂ ਸਤਿਗੁਰੇ ਅੰਦਰ ਆਏ, ਵੇਖਦੇ ਨੇ ਛੋਟੀਆਂ ਛੋਟੀਆਂ ਕਾਲ ਕੋਠੜੀਆਂ ਵਿੱਚ ਵੱਡੇ ਵੱਡੇ ਰਾਜੇ ਵੀ ਕੈਦ ਕੀਤੇ ਹੋਏ, ਅਪਰਾਧੀ ਵੀ ਕੈਦ ਕੀਤੇ ਹੋਏ। ਅੱਜ ਦੀਆਂ ਜੇਲ੍ਹਾਂ ਤੇ ਪੁਰਾਣੀਆਂ ਜੇਲ੍ਹਾਂ 'ਚ ਜ਼ਮੀਨ ਅਸਮਾਨ ਦਾ ਫਰਕ ਹੈ। ਕਦੇ ਗਵਾਲੀਅਰ ਦੀ ਜੇਲ੍ਹ ਜਾ ਕੇ ਵੇਖਿਓ, 2.5 ਫੁੱਟ ਲੰਬੀ, 3 ਫੁੱਟ ਉੱਚੀ, ਜਿਹਦੇ ਵਿੱਚ ਬੰਦਾ ਨਾ ਚੱਜ ਨਾਲ ਪੈ ਸਕੇ ਨਾ ਬਹਿ ਸਕੇ। ਬਾਹਰੋਂ ਐਂਗਲ ਲੱਗੇ ਨੇ ਸਰੀਏ ਦੇ, ਨਾ ਉਹ ਉੱਠ ਸਕੇ ਨਾ ਬਾਹਰ ਜਾ ਸਕੇ। ਬਸ ਝੁੱਕ ਕੇ ਬੈਠਣਾ ਪੈਣਾ, ਝੁੱਕ ਕੇ ਪੈਣਾ ਪੈਣਾ। ਇਹ ਦਰਦ ਭਰੀ ਜ਼ਿੰਦਗੀ ਸੀ ਕੈਦੀਆਂ। ਅੱਜ ਦੇ ਸਮੇਂ 'ਚ ਤੇ ਕੈਦੀ ਟਹਿਲਦੇ ਫਿਰਦੇ, ਹਰ ਤਰ੍ਹਾਂ ਦੀਆਂ ਸਹੂਲਤਾਂ ਨੇ। ਸਮਾਂ ਬਦਲਦਾ ਜਾਂਦਾ, ਪਰ ਉਹਨਾਂ ਸਮਿਆਂ ਵਿੱਚ ਇਨਸਾਨੀਅਤ ਦਾ ਘਾਣ ਜ਼ਿਆਦਾ ਸੀ। ਮਰਦ ਨੂੰ ਵੇਖ ਕੇ ਤਰਸ ਬੜਾ ਆਇਆ, ਪਰ ਗੁਰੂ ਸਾਹਿਬ ਵਾਸਤੇ ਕੋਈ ਐਸਾ ਸੈੱਲ ਨਹੀਂ ਸੀ ਜਿੱਥੇ ਉਹਨਾਂ ਨੂੰ ਬੰਦ ਕੀਤਾ ਜਾਏ। ਸਤਿਗੁਰ ਦੀ ਵਿਹੜੇ 'ਚ ਬੈਠੇ ਆ ਕੇ ਜਲ ਪਾਣੀ ਛਕਾਇਆ ਗਿਆ। ਸੂਬੇਦਾਰ ਨੇ ਦੋਨੋਂ ਹੱਥ ਜੋੜ ਲਏ। ਸੁੰਦਰ ਸਦਨ ਦੀਨ ਹਿਤ ਡੇਰੇ, ਉੱਤਰ ਪਰੇ ਸਤਿਗੁਰ ਤੇ ਸਵੇਰੇ। ਹੁਣ ਇਸ ਕਿਲੇ ਵਿੱਚ ਸਤਿਗੁਰ ਸਿੰਘਾਸਣ ਤੇ ਬੈਠੇ। ਉਸੇ ਵੇਲੇ ਹੁਕਮ ਜਾਰੀ ਕੀਤਾ ਸੂਬੇ ਨੇ, ਕਹਿੰਦਾ ਬਾਦਸ਼ਾਹ ਦੇ ਮਹਿਲਾਂ ਵਿੱਚੋਂ ਸੋਹਣਾ ਜਿਹਾ ਮਹਿਲ ਸਾਫ਼ ਕਰ ਦਿਓ ਸਤਿਗੁਰਾਂ ਵਾਸਤੇ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵਾਸਤੇ ਸੋਹਣਾ ਘਰ ਕਿਲੇ ਦੇ ਵਿੱਚ ਤਿਆਰ ਕੀਤਾ ਗਿਆ। ਉੱਥੇ ਮਰਦ ਨੂੰ ਉਤਾਰਾ ਦਿੱਤਾ, ਪਲੰਗਾ ਲੱਗਿਆ, ਪੰਜੇ ਸਿੱਖ ਨੇ। ਪੁੱਛਦੇ ਨੇ, ਕਹਿੰਦੇ ਮਰਦ ਖੇਡ ਕੀ ਹੈ? ਸਤਿਗੁਰ ਕਹਿੰਦੇ ਭਾਈ ਹਿੰਦੇ ਉੱਤੇ ਭੀੜ ਪੈ ਗਈ, ਇਸ ਭੀੜ ਨੂੰ ਦੂਰ ਕਰਨ ਵਾਸਤੇ ਕੁਰਬਾਨੀ ਦੇਣ ਚੱਲੇ। ਆਖੋ ਸਤਨਾਮ। ਪਤਾ ਤੇ ਭਾਵੇਂ ਸਿੱਖਾਂ ਨੂੰ ਅਨੰਦਪੁਰ ਸਾਹਿਬ ਤੋਂ ਹੀ ਸੀ ਵੀ ਇਹ ਜ਼ਿੰਦਗੀ ਰਹਿਣੀ ਕੋਈ ਨਹੀਂ। ਤੇ ਭਾਈ ਮਤੀ ਦਾਸ ਕਹਿੰਦੇ ਮਹਾਰਾਜ ਮੇਰੀ ਸਿੱਖੀ ਪਰਪੱਕ ਹੋਵੇ, ਦਾਗ ਨਾ ਲੱਗ ਜੇ, ਮੈਂ ਘਬਰਾ ਨਾ ਜਾਵਾਂ। ਸਹਿਜ ਸੁਭਾਅ ਬੈਠੇ ਮਰਦ ਕਿਲੇ 'ਚ ਕਹਿੰਦੇ, ਉਹ ਸਿੱਖਾ ਜ਼ਾਲਮ ਤੈਨੂੰ ਆਰੇ ਨਾਲ ਵੀ ਚੀਰ ਲੈਣ, ਤੈਨੂੰ ਡੁਲਾ ਨਹੀਂ ਸਕਦੇ। ਆਖੋ ਸਤਨਾਮ। ਉਹ ਸਤੀ ਦਾਸ ਤੈਨੂੰ ਅੱਗ ਵਿੱਚ ਵੀ ਸਾੜ ਲੈਣ,
तेरी जुबान फेर नहीं सकते। भाई दयालिया तेनू आलूआं वांग पानी च उबाल भी लैण तेनू सिੱਖੀ तो तोड़ नहीं सकते। आखो सतनाम। ये वचन मर्द ने पहला आखे। दिसदा सी सतगुरां नूं मेरे प्यारिਆਂ नाल की होना, ये क्यों कीता? जानदी सी समय दी हुकूमत, क्योंकि जिहड़े आ चोज अगे आ रहे ने ना गुरमुखो, सारी इतिहास दी कथा विचों ये इतिहास सुनाउणा बड़ा औखा है, बहुत औखा है। उदां ही सेम जिवें गुरु अर्जन देव साहब जी दा शहीदी दा इतिहास सी, संगतां बड़ियां औखियां हो के सुणदियां सी, सुणे नहीं सी जांदा ना सुनाया जांदा सी। सब कुछ सेम होना है। फिलहाल ते सतगुर जी हवालात विच ने। आदि मर्ज ते कोई परचा नहीं, कोई कार्रवाई नहीं, कुछ नहीं होया। सतगुर आराम दे विच ने, पर दस रहे ने सिखो पिंजरियां विच बह के साह भी गिण गिण लैणे पैणे। आखो सतनाम। क्यों मर्ज दे सिखां नूं दुख दिता? वो जानदे सी गुरु साहब नूं दर्द जिन्ना मर्जी दे लो कोई फर्क नहीं, पर जदों अपने प्यारे ते गल आ जे ये डोल जांदे ने, तड़फ जांदे ने। तां भाई मती दास नूं गुरु दे सामने चीरिया किते गुरु करामात विखा देण। जे करामात नहीं विखाउंदे मुसलमान बन जाण। तिन सिखां नूं जान तो प्यारिਆਂ नूं सामने मार दिता तड़फा के, पर गुरु साहब ईन नहीं बने, डोले नहीं। अज वो सतगुर कहंदे सिखो जिन्नी सेवा हो रही है ना, जिन्ने सुख इत्थे ने, वो तो वध के तन करके दुख किते झलने पैने ने। खान पान हित तृण अरदाना, लीन मंगाए खर्च जस जाना। उसे वेले सतगुरां ने सूबेदार नूं आखिया, भाई साडे पशुआं नूं खवा दिओ कुछ, घोड़ियां घाह पट्ठा मंगाया। सिखां ने भोजन छके है। किसे सिख दे चेहरे ते शिकन नहीं, चिंता नहीं, क्योंकि मर्द ने कह दिता, उन्हां नूं चाह चढ़ गया सी ते हुण मरना है। कबीर मोहे मरने का चाओ है, मरो तो हर के द्वार। एहो जी मौत रब देवे ओ जिहड़ी रब दे दर ते होवे। सिखां नूं चाह सी असीं मर के भी गुरु तो विछड़ना नहीं, मर के भी सतगुरां तो दूर नहीं होना। पाक सिद्ध कर अचियो आहारा, सो पत जथा सुख रात मजारा। कहते शाम का वेला होया, सतगुरां ने भोजन छकिया, हर चीज पचाई जा रही है, हर चीज। सूबेदार आप गेड़ा मारदा कि मर्द किसी चीज की कमी ते नहीं कोई, मर्द कहती कोई नहीं पाई। सोने वस्त्र पाए ने, भोजन छके, अज दी रात सुखां भरी बतीत कीती। कदे कैदियां नूं पुछो रात नूं नींद आउंदी है? जाग जाग रातां कटदे ने, सजा ते सजा ना। पर मेरे सतगुर ते सतगुरां दे सिख जिन्हां नूं परवाह कोई नहीं। दोहरा तेग बहादुर सतगुरु, दुर्ग थिरे इस रीत। तुरक हरख और मह अदक, जान दीन की जीत। हुण सतगुरां ने ते डेरा लाया होया, किले दे विच रात बतीत होई, अमृत वेले बंदगी कीती, नितनेम कीता, भोजन छकिया, सिखां विच बैठे मुस्कुरा रहे ने। उधर सूबेदार दे सिर ते जिम्मेवारी पै गई, खत छेती दिल्ली भेजणा है। कोतवाल अजी भी चलाकियां करदा सी। हुण वे सी भी सतगुरां दी बदौलत सानू कोई इनाम मिल जाए, फीतियां लग जाण, चार पैसे मिल जाण। पैसे की खातर बंदा की नहीं करता। लालच एक ऐसी चीज है, लालच रिश्ते विच आ जाए, रिश्तियां दे कतल हो जांदे ने। आखो सतनाम। किते फिर नौकरी है। पर सूबे दे मन विच कोई ऐसा लालच नहीं सी। सतगुरां दी शख्सियत वेख के वो हैरान जरूर होया। जो पई होनहार मूर्ख नह जन है, अपनी जरा लगी को हन है। अज सतगुर हस के कहंदे ने, सिखो ये मुसलमान जिहड़े भज्जे फिरदे ने ना, इन्हां नूं ये असीं बहुत वड्डा काम कर लिया, वड्डी भद्रखारी कर लई गुरु नूं गिरफ्तार करके। गुरु जी कहंदे होनी ने इन्हां दीयां जड़ां इन्हां दे हत्थों ही वढाउणीਆਂ। आखो सतनाम। पाए कुहाड़ा मारिया गाफल अपने हाथ। गाफल नाम हुंदा मूर्ख दा। मर्द के जो सुते पए मूर्खा पैर कुहाड़ा मार के जड़ा आपे वड्डी जाना ते कसूर किसे नूं देंदा। इन्हां मुसलमानां ने खुशी बड़ी मनाई, बड़ा चाह चढ़िया। आगरे च ढोल बजाए गए, सिखां ते हिंदुआं दे गुरु गिरफ्तार हो गए। उन्हां दिनां च हिंदू भी रोए, मुसलमान भी रोए ते सिख भी रोए। एक ही कहर हो गया। संग दुर्गपत के कोतवाल, मेल मसलत कीनस तिस काल। हुण सतगुरां दी गिरफ्तारी ते हो गई,
ਕੋਤਵਾਲ ਸਵੇਰ ਹੁੰਦਿਆਂ ਫੇਰ ਆ ਗਿਆ ਥਾਣੇਦਾਰ। ਸੂਬੇ ਨੂੰ ਆਖੇ, ਕਹਿੰਦਾ ਮੈਂ ਤੇਰੇ ਵਰਗਾ ਬੰਦਾ ਹੀ ਨਹੀਂ ਦੇਖਿਆ ਕੋਈ। ਕਹਿੰਦਾ ਕਿਉਂ? ਜਿਹਨੂੰ ਹਿੰਦੁਸਤਾਨ ਦੇਸ਼ ਵਿਦੇਸ਼ ਲੱਭਦੇ ਫਿਰਦੇ ਨੇ, ਸਾਡੇ ਕੋਲ ਉਹ ਸ਼ਖਸ ਹੈ ਤੇ ਤੈਨੂੰ ਚਾਹੇ ਕੋਈ ਨਹੀਂ। ਆਖੋ ਸਤਨਾਮ। ਤੈਨੂੰ ਤੇ ਖੁਸ਼ੀ ਹੋਣੀ ਚਾਹੀਦੀ ਵੀ ਬਾਦਸ਼ਾਹ ਮੈਨੂੰ ਕੈਬਨਿਟ ਵਿੱਚ ਥਾਂ ਦੇਏਗਾ, ਅਹੁਦੇ ਦੇਏਗਾ। ਸੂਬਾ ਕਹਿੰਦਾ ਮੈਨੂੰ ਇਹ ਪੁੰਨ ਘੱਟ ਤੇ ਪਾਪ ਜ਼ਿਆਦਾ ਲੱਗ ਰਿਹਾ ਹੈ। ਮੇਰੀ ਜ਼ਮੀਰ ਅੰਦਰੋਂ ਤੜਫਦੀ ਹੈ। ਮੈਨੂੰ ਨਹੀਂ ਲੱਗਦਾ ਜੋ ਮੈਂ ਕਰਨ ਚੱਲਿਆ ਮੇਰੀਆਂ 7 ਪੁਸਤਾਂ ਵੀ ਮੈਨੂੰ ਮਾਫ ਕਰਨ। ਆਖੋ ਸਤਨਾਮ। ਕੋਤਵਾਲ ਥਾਣੇਦਾਰ ਲਾਲਚੀ ਸੀ। ਉਹ ਕਹਿੰਦਾ ਛੱਡ, ਕਿਹਨੇ ਵੇਖੀਆਂ ਪੁਸਤਾਂ, ਜਦੋਂ ਤੱਕ ਜ਼ਿੰਦਗੀ ਉਦੋਂ ਤੱਕ ਮੌਜਾਂ। ਮਾਫ ਕਰਿਓ ਜੀ, ਕਿਸੇ ਦਾ ਦਿਲ ਦੁਖਾ ਕੇ, ਜੋ ਇਨਸਾਨ ਹੈ ਨਾ, ਇਨਸਾਨ ਜਿਹੜਾ ਅਸਲੀ ਇਨਸਾਨ ਹੈ, ਇੱਕ ਪਲ ਵੀ ਰਾਤ ਨੂੰ ਅੱਖ ਲਾ ਕੇ ਸੌ ਨਹੀਂ ਸਕਦਾ। ਜਿਹੜਾ ਹੈ ਹੀ ਬੁੱਝ ਦਿਲ ਹੈ, ਉਹ ਆਪ ਵੀ ਦੁਖੀ ਤੇ ਸੌਣ ਦੂਜੇ ਨੂੰ ਵੀ ਨਹੀਂ ਦਿੰਦਾ। ਆਖੋ ਸਤਨਾਮ। ਸੂਬਾ ਕਹਿੰਦਾ ਮੈਨੂੰ ਰਾਤ ਨੀਂਦ ਨਹੀਂ ਆਈ। ਸਤਿਗੁਰ ਜੀ ਤੇ ਆਰਾਮ ਵਿੱਚ ਪਏ ਸੀ, ਉਹਨਾਂ ਨੂੰ ਤੇ ਫਿਕਰ ਕੋਈ ਨਹੀਂ। ਕੋਤਵਾਲ ਹੋਰ ਲਾਲਚ ਵਿੱਚ ਲੈ ਕੇ ਆਉਂਦਾ, ਕਹਿੰਦਾ ਤੇਰੇ ਵਰਗਾ ਮੈਂ ਬੰਦਾ ਹੀ ਨਹੀਂ ਵੇਖਿਆ, ਤੂੰ ਖੁਸ਼ ਹੋ, ਚਿੰਤਾ ਕਿਉਂ ਕਰਦਾ ਹੈ? ਵੇਖੀ ਤੇ ਸਹੀ ਬਾਦਸ਼ਾਹ ਨੇ ਸਾਨੂੰ ਸੋਨੇ ਨਾਲ ਤੋਲ ਦੇਣਾ ਏ। ਲਿਖੀ ਬਣਾਏ ਸ਼ੀਘ੍ਰ ਤਬ ਅਰਜੀ, ਹਜ਼ਰਤ ਪਾਏ ਆਪ ਕੀ ਮਰਜ਼ੀ। ਕਹਿੰਦੇ ਫਿਰ ਤੁਸੀਂ ਸਾਈਨ ਕਰ ਦਿਓ, ਖਤ ਮੈਂ ਲਿਖ ਦਿੰਦਾ। ਸੂਬਾ ਤੇ ਖਤ ਵੀ ਨਹੀਂ ਲਿਖਦਾ। ਉਹ ਚਾਹੁੰਦਾ ਸੀ ਜੇ ਇਸ ਪਾਪ ਤੋਂ ਟਲਿਆ ਜਾਵੇ ਤੇ ਚੰਗਾ। ਨਾ ਮੁਸਲਮਾਨ ਮਾੜਾ ਹੁੰਦਾ, ਨਾ ਹਿੰਦੂ ਮਾੜਾ ਹੁੰਦਾ, ਨਾ ਸਿੱਖ ਮਾੜਾ ਹੈ, ਨਾ ਕ੍ਰਿਸਚਨ ਮਾੜਾ ਹੈ। ਕੋਈ ਵਿਅਕਤੀ ਧਰਮ ਮਾੜਾ ਥੋੜਾ ਹੁੰਦਾ। ਕੁਝ ਲੋਕਾਂ ਦੇ ਵਿਚਾਰ ਮਾੜੇ ਹੁੰਦੇ ਨੇ। ਉਹ ਧਰਮ ਦੇ ਵਿੱਚ ਆ ਕੇ ਮਾੜੇ ਨਹੀਂ ਹੋਏ, ਪਹਿਲਾਂ ਵੀ ਮਾੜੇ ਸੀ, ਧਰਮ ਵਿੱਚ ਆ ਕੇ ਵੀ ਉਹ ਸੁਧਰ ਨਾ ਸਕੇ। ਆਖੋ ਸਤਨਾਮ। ਬੜੀ ਤਰ੍ਹਾਂ ਦੀ ਤੁਸੀਂ ਗੱਲਾਂ ਸੁਣੀਆਂ ਹੋਣੀਆਂ ਜੀ, ਫਲਾਣਾ ਬੰਦਾ ਅੰਮ੍ਰਿਤ ਛਕ ਕੇ ਬਾਬਾ ਜੀ ਸ਼ਰਾਬ ਪੀਂਦਾ, ਮਿਲਦੇ ਨੇ ਸਾਨੂੰ। ਮੈਂ ਕਿਹਾ ਭਾਈ ਵੱਡੀ ਗੱਲ ਹੈ, ਉਹ ਅੰਮ੍ਰਿਤ ਛਕ ਕੇ ਨਹੀਂ ਪੀਂਦਾ, ਛਕਣ ਤੋਂ ਪਹਿਲਾਂ ਵੀ ਉਹ ਪੀਂਦਾ ਸੀ। ਆਖੋ ਸਤਨਾਮ। ਕੋਈ ਨਵਾਂ ਫਰਕ ਥੋੜਾ ਆਇਆ, ਚੇਂਜ ਥੋੜਾ ਆਇਆ। ਜਿਹੜੀ ਕਰਤੂਤ ਪਹਿਲਾਂ ਕਰਦਾ ਸੀ ਉਹ ਬਾਅਦ ਚੋਂ ਕਰੀ ਜਾਂਦਾ। ਜਿਹੜਾ ਸੱਚਾ ਪੱਕਾ ਇਨਸਾਨ ਨੂੰ ਗੁਰੂ ਨਾਲ ਜੁੜ ਕੇ ਮਾੜੇ ਤੇ ਘਿਨਾਉਣੇ ਕਰਮ ਕਦੇ ਨਹੀਂ ਕਰਦਾ, ਉਹ ਡਰਦਾ ਰੱਬ ਤੋਂ। ਇਸ ਕਰਕੇ ਸੂਬਾ ਬਾਰ-ਬਾਰ ਕਹਿੰਦਾ ਸੀ ਤੂੰ ਮੈਨੂੰ ਖੱਤ ਨਾ ਲਿਖਾ। ਕੋਤਵਾਲ ਨੇ ਲਿਖਾਤਾ, ਕਹਿੰਦਾ ਸਾਈਨ ਕਰ ਦਿਓ, ਇਹ ਖੱਤ ਆਪਾਂ ਦਿੱਲੀ ਦਰਬਾਰ ਭੇਜਣਾ ਏ। ਹਿੰਦਨ ਗੁਰ ਸ਼੍ਰੀ ਤੇਗ ਬਹਾਦਰ, ਰਾਖਿਓ ਰੋਕ ਦੁਰਗ ਮਹਿ ਸਦ। ਉਸ ਖੱਤ ਵਿੱਚ ਕੀ ਲਿਖਦੇ ਨੇ? ਮੀਆਂ ਮਿੱਠੂ ਬਣ ਕੇ, ਐ ਬਾਦਸ਼ਾਹ ਸਲਾਮਤ, ਤੁਹਾਡੇ ਗੁਨਾਹਗਾਰ ਸ਼ਬਦ ਵਰਤਿਆ ਕੋਤਵਾਲ ਨੇ। ਕਿੱਥੇ ਲਿਖਾ ਦਊ ਇਹੋ ਜਿਹੇ ਸ਼ਬਦ ਰੱਬ ਨੂੰ ਲਿਖੇ? ਐ ਬਾਦਸ਼ਾਹ ਜੀ, ਜਾਣੇ ਅਣਜਾਣੇ ਸਾਡੀ ਗਿਰਫਤ ਵਿੱਚ ਆ ਗਏ। ਤੁਸੀਂ ਸੁਣ ਕੇ ਤੇ ਪੜ੍ਹ ਕੇ ਹੈਰਾਨ ਹੋਵੋਗੇ, ਜਿਨ੍ਹਾਂ ਨੂੰ ਲੱਭਣ ਵਾਸਤੇ ਤੁਸੀਂ ਕਈ ਸਾਲਾਂ ਤੋਂ ਸਰਚ ਆਪਰੇਸ਼ਨ ਚਲਾਇਆ, ਖੋਜਬੀਨ ਜਾਰੀ ਕੀਤੀ। ਰੱਬ ਦੀ ਨੇਤ ਉਹ ਸਾਡੇ ਕੋਲ ਬੈਠੇ ਨੇ। ਉਤਰੇ ਹੁਤੇ ਬਾਗ ਮਹਿ ਆਏ, ਹਮ ਤੂਰਨ ਗਮਨੇ ਸੁਧ ਪਾਏ। ਸਾਨੂੰ ਪਤਾ ਲੱਗਿਆ ਸਹਿਜ ਸੁਭਾਅ ਚੋਰੀ ਚੋਰੀ ਬਾਗ 'ਚ ਬੈਠੇ ਸੀ, ਅਸੀਂ ਰਾਤੋਂ ਰਾਤ ਘੇਰਾ ਪਾ ਕੇ ਫੜ ਲੈ ਗਏ ਫਦਾਰ ਕਰਕੇ। ਇਹ ਹੁੰਦਾ ਮੀਆਂ ਮਿੱਠੂ ਬਣਨਾ। ਫੇਰ ਮੰਨਿਆ ਜਾਂਦਾ ਵੀ ਸਤਿਗੁਰ ਭੱਜੇ ਸੀ ਘੋੜਾ ਲੈ ਕੇ ਤੇ ਪਿੱਛੇ ਲੱਗ ਕੇ ਗ੍ਰਿਫਤਾਰ ਕਰਕੇ ਲੈ ਕੇ ਆਏ। ਫਿਰ ਤੇ ਬਹਾਦਰੀ ਦੇ ਕਿੱਸੇ ਗਾਉਂਦੇ ਚੰਗੇ ਲੱਗਦੇ। ਸਤਿਗੁਰਾਂ ਨੇ ਗ੍ਰਿਫਤਾਰੀ ਆਪ ਦਿੱਤੀ, ਪਰ ਲਿਖਿਆ ਕੁਝ ਹੋਰ ਜਾਂਦਾ ਹੈ। ਇਸ ਕਰਕੇ ਦੁਨੀਆ ਤੇ ਵਿਸ਼ਵਾਸ ਕੀ ਕਰਨਾ? ਜ਼ਮਾਨਾ ਕਹਿੰਦਾ ਕੁਝ ਹੁੰਦਾ ਹੈ ਤੇ ਕਰਦਾ ਕੁਝ ਹੋਰ ਹੁੰਦਾ। ਆਖੋ ਸਤਨਾਮ। ਕੋਈ ਇਨਸਾਨ ਜਗ ਤੇ ਐਸਾ ਹੁੰਦਾ ਜਿਹੜਾ ਅੰਦਰੋਂ ਬਾਹਰੋਂ ਇੱਕ ਹੋਵੇ, ਵਰਨਾ ਦੁਨੀਆ ਵਿੱਚ ਆਪਣੇ ਪਰਿਵਾਰ ਦੇ ਮੈਂਬਰ ਵੀ ਏਦਾਂ ਹੁੰਦੇ, ਮੂੰਹ ਤੇ ਤਾਰੀਫ ਕਰ ਜਾਂਦੇ, ਪਿੱਠ ਪਿੱਛੇ ਛੁਰਾ ਮਾਰ ਜਾਂਦੇ। ਇਹਨਾਂ ਨੂੰ ਕਹਿਣਾ ਕੀ ਸੀ? ਕੋਤਵਾਲ ਨੇ ਕਹਿੰਦੇ ਖੂਬ ਜੜਾਂ ਗੁਰੂ ਘਰ ਦੀਆਂ ਨਹੀਂ ਵੱਡੀਆਂ, ਉਹਨੇ ਆਪਣੀਆਂ ਜੜਾਂ ਪੁੱਟ ਲਈਆਂ। ਪੰਜ ਸੂਰ ਸਾਥ ਜਿਨ ਔਰ, ਆਨੇ ਸਾਥ ਜਾਏ ਤੇ ਸਠੋਰ। ਮੈਂ ਤੇ ਸੂਬੇਦਾਰ ਨੇ ਸਤਿਗੁਰਾਂ ਨੂੰ 500 ਸੂਰਬੀਰਾਂ ਨਾਲ ਘੇਰਾ ਪਾ ਕੇ ਮਸਾਂ ਫੜਿਆ। ਅਕਸਰ ਜਦੋਂ ਤਰੱਕੀਆਂ ਲੈਣੀਆਂ ਹੋਣ ਨਾ, ਛੋਟੇ ਮੋਟੇ ਅਫਸਰ ਇਹੋ ਜੀ ਔਕਾਤ ਜ਼ਰੂਰ ਵਿਖਾਉਂਦੇ। ਆਖੋ ਸਤਨਾਮ। ਏਦਾਂ ਦਾ ਕੰਮ ਜ਼ਰੂਰ ਕਰਨਾ ਹੁੰਦਾ ਹੈ ਤਾਂ ਜੋ ਵੱਡਿਆਂ ਦੇ ਨਜ਼ਰਾਂ 'ਚ ਸਟਾਰ ਬਣਿਆ ਜਾਏ, ਉਹਨਾਂ ਨੂੰ ਪ੍ਰਭਾਵਿਤ ਕੀਤਾ ਜਾਏ ਵੀ ਇਹ ਬੰਦਾ ਤਰੱਕੀ ਦਾ ਹੱਕਦਾਰ ਹੈ। ਕਹਿੰਦੇ ਖੱਤ ਖੂਬ ਲੰਬਾ ਚੌੜਾ ਲਿਖਿਆ। ਪਹਿਲੀ ਗੱਲ ਬਾਦਸ਼ਾਹ ਪੜ੍ਹ ਕੇ ਖੁਸ਼ ਹੋਏਗਾ ਵੀ ਜਿਹੜਾ ਕੰਮ ਪੰਜਾਬ ਵਾਲੇ ਨਹੀਂ ਕਰ ਸਕੇ ਉਹ ਆਗਰੇ ਵਾਲਿਆਂ ਨੇ ਕਰ ਲਿਆ। ਅਬ ਰਾਵਰ ਕੀ ਮਰਜ਼ੀ ਜੈਸੇ,
ਲਿਖ ਪਰਵਾਨਾ ਪਠੀਐ ਤੈਸੇ। ਅਸੀਂ ਤੇ ਸਤਿਗੁਰਾਂ ਨੂੰ ਗ੍ਰਿਫਤਾਰ ਕਰਕੇ 7 ਤਾਲੇ ਲਾਤੇ, ਜਿੰਦੇ ਲਾਤੇ 7 ਦਰਵਾਜ਼ਿਆਂ ਨੂੰ ਕਿਲੇ ਦਿਆਂ। ਬਾਦਸ਼ਾਹ ਜੀ ਤੁਹਾਡੇ ਹੁਕਮ ਦੀ ਉਡੀਕ ਹੈ, ਦੱਸੋ ਹੁਣ ਇਹਨਾਂ ਨਾਲ ਕਿਹੋ ਜਿਹਾ ਸਲੂਕ ਤੁਸੀਂ ਕਰੋਗੇ, ਕੀ ਹੁਕਮ ਹੈ ਤੁਹਾਡਾ? ਹੁਣ ਖੱਤ ਆਗਰੇ ਤੋਂ ਦਿੱਲੀ ਚੱਲੇ ਹੈ, ਖੱਤ ਤੋਂ ਬਾਅਦ ਕੀ ਹੋਏਗਾ, ਜਿਹੜੇ ਹਾਲਾਤ ਹੋਣਗੇ ਕੱਲ ਦੇ ਦੀਵਾਨਾਂ ਚ ਸਰਵਣ ਕਰਾਂਗੇ। ਵਾਹਿਗੁਰੂ 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 ਵਾਹਿਗੁਰੂ।